ਤੁਸੀਂ ਕਹਿ ਰਹੇ ਹੋ ਕਿ ਜਿਹੜਾ ਮੁਰੱਬਾ ਹੈਗਾ ਮੁਰੱਬਾ ਜਿਹੜਾ ਬੰਦਾ ਖਾਣ ਲੱਗ ਗਿਆ ਉਹ ਸਭ ਤਰ੍ਹਾਂ ਦੇ ਨਸ਼ੇ ਭੁੱਲ ਜਾਏਗਾ। बिल्कुल भुल जाएगा जी, बिना किसी तोड़ तकलीफ तो। ਇਹ ਕਿਵੇਂ ਪੋਸੀਬਲ ਹੈਗਾ ਜੀ ਕਿ ਕੋਟ ਤੋਂ 20 ਸਾਲ ਪੁਰਾਣੀ ਨਸ਼ਾ ਕਰਦਾ ਹੋਵੇ ਤੇ ਤੁਸੀਂ ਕਹਿ ਰਹੇ ਹੋ ਕਿ ਪਹਿਲੀ ਡੋਜ਼ ਨਾਲ ਹੀ ਤੁਸੀਂ ਦੇਖਿਓ ਕਿ ਤੋੜ ਤਕਲੀਫ ਬੰਦ। ਚੂਰਨ ਵੀ ਹੈ, ਉਹਦਾ ਮੁਰੱਬਾ ਵੀ ਹੈ। ਆਪਾਂ ਦੋਨਾਂ ਤਰੀਕਾਂ ਦੇ ਨਾਲ ਪੇਸ਼ੈਂਟ ਦੀ ਬਾਡੀ ਨੂੰ ਬਿਲਕੁਲ ਬੈਲੈਂਸ ਕਰਾਂਗੇ ਵੀ ਤਾਂ ਕਿ ਜੇ ਕਿਸੇ ਨੂੰ ਦਸਤ ਲੱਗੇ ਹੋਏ ਆ ਤਾਂ ਉਹਨਾਂ ਦੇ ਦਸਤ ਰੁਕ ਜਾਣ, ਜੇ ਕਿਸੇ ਨੂੰ ਕਬਜ਼ ਹੋਈ ਵੀ ਹੈ ਤਾਂ ਉਹਦੀ ਕਬਜ਼ ਠੀਕ ਹੋ ਜਾਵੇ। ਮੁਰੱਬਾ ਹੈ ਜਿਹੜਾ ਉਹ ਜ਼ਿੰਦਗੀਆਂ ਬਦਲ ਸਕਦਾ ਹੈ। ਉਹ ਘਰੇ ਜਿਹੜੇ ਉਜਾੜੇ ਪਏ ਹੋਏ ਨੇ ਉਜਾੜੇ ਜਿਹੜੇ ਉਹ ਵਾਸਿਆਂ ਦੇ ਵਿੱਚ ਚੇਂਜ ਕਰ ਸਕਦਾ, ਤਬਦੀਲ ਕਰ ਸਕਦਾ, ਘਰ ਵਸਾ ਸਕਦਾ। ਜੋ ਨਸ਼ਾ ਛੱਡ ਚੁੱਕੇ ਨੇ ਪਰ ਨਸ਼ਾ ਛੱਡਣ ਤੋਂ ਬਾਅਦ ਉਹਨਾਂ ਦਾ ਸਾਰਾ ਸਿਸਟਮ ਹੈਗਾ ਜਿਹੜਾ ਉਹ ਗੜਬੜਾ ਜਾਂਦਾ ਹੈ। ਨਾ ਤਾਂ ਉਹਨਾਂ ਨੂੰ ਤੋੜ ਹਟਦੀ ਹੈ ਤੇ ਨਾ ਹੀ ਉਹਨਾਂ ਨੂੰ ਟੱਟੀਆਂ ਉਲਟੀਆਂ ਹਟਦੀਆਂ ਨੇ। ਕੋਈ ਨਸ਼ੇੜੀ ਨਸ਼ਾ ਛੱਡ ਦਿੰਦਾ ਤੇ ਉਹਦਾ ਪੇਟ ਕਿਉਂ ਖਰਾਬ ਹੋ ਜਾਂਦਾ ਹੈ? ਗ੍ਰਸਤੀ ਵਾਲੇ ਪਾਸੇ ਨੂੰ ਤੁਰਿਆ ਤੇ ਗ੍ਰਸਤੀ ਵਾਲੇ ਪਾਸੇ ਨੂੰ ਜਦੋਂ ਲੱਗਿਆ ਕਿ ਨਹੀਂ ਗੱਲ ਬਣ ਰਹੀ ਤਾਂ ਫਿਰ ਮੈਂ ਨਸ਼ੇ ਵਾਲੇ ਪਾਸੇ ਨੂੰ ਹੋ ਗਿਆ। ਇਹ ਮਾਮਲੇ ਇਸ ਤਰੀਕੇ ਨਾਲ ਹੀ ਵੱਧਦੇ ਨੇ ਜੀ। ਫਿਰ ਤੂੰ ਅਫੀਮ ਦਾ ਥੋੜਾ ਜਿਹਾ ਖਾ ਲਿਆ ਕਰ, ਥੋੜਾ ਜਿਹਾ ਤੂੰ ਆਹ ਨਸ਼ਾ ਕਰ ਲਿਆ ਕਰ, ਭੁੱਕੀ ਦਾ ਚਮਚਾ ਖਾ ਲਿਆ ਕਰ ਜਾਂ ਥੋੜੀ ਜਿਹੀ ਸ਼ਰਾਬ ਪੀ ਲਿਆ ਕਰ, ਬੀਅਰ ਪੀ ਲਿਆ ਕਰ। ਤਾਂ ਉਹ ਕੀ ਕਰਦੇ ਆ, ਫਿਰ ਉਹ ਆਪਣੀ ਗ੍ਰਸਤ ਜੀਵਨ ਨੂੰ ਸਹੀ ਕਰਨ ਦੇ ਚੱਕਰ 'ਚ ਥੋੜਾ ਨਸ਼ਾ ਕਰਨਾ ਸ਼ੁਰੂ ਕਰ ਦਿੰਦੇ ਆ। 22 ਸਾਲ ਹੋ ਗਏ ਮੇਰੇ ਘਰ ਵਾਲੇ ਨੂੰ ਜਿਹੜਾ ਨਸ਼ਾ ਕਰਦੇ ਆ। ਉਹ ਬਹੁਤ ਵਾਰ ਉਹਨਾਂ ਨੇ ਮਨ ਵੀ ਬਣਾਇਆ ਹੈ ਪਰ ਉਹ ਛੱਡ ਫੇਰ ਨਹੀਂ ਹੁੰਦਾ। ਫਿਰ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੂੰ ਤੋੜ ਲੱਗਦੀ ਹੈ ਜਾਂ ਤਬੀਅਤ ਖਰਾਬ ਹੋ ਜਾਂਦੀ ਹੈ ਤੇ ਫਿਰ ਉਹਦਾ ਹੱਲ ਤੁਹਾਡੇ ਕੋਲ ਕੀ ਹੁੰਦਾ ਜੀ? ਅਸੀਂ ਇਹਦੇ ਵਿੱਚ 15-20 ਤਰ੍ਹਾਂ ਦੀਆਂ ਅਸੀਂ ਜੜੀਆਂ ਬੂਟੀਆਂ ਇਸਤੇਮਾਲ ਕਰਕੇ ਤੇ ਉਹਨਾਂ ਨੂੰ ਅਸੀਂ ਪੇਸ਼ੈਂਟ ਨੂੰ ਦਿੰਦੇ ਆ ਔਰ ਪਹਿਲੇ ਦਿਨ ਤੋਂ ਹੀ ਅਸੀਂ ਉਹਦੇ ਵਿੱਚ ਬੰਦੇ ਨੂੰ ਤੋੜ ਖਤਮ ਕਰ ਦਿੰਦੇ ਆ। ਨਸ਼ਾ ਛੱਡ ਦਿੰਦਾ ਇੱਕ ਨਸ਼ੇੜੀ ਡਾਕਟਰ ਸਾਹਿਬ, ਉਹਨਾਂ ਨੂੰ ਵੱਡੀ ਦਿੱਕਤ ਵਿਆਹਤਾ ਜ਼ਿੰਦਗੀ ਵਾਲੇ ਪਾਸੇ ਆ ਜਾਂਦੀ ਹੈ ਤੇ ਫਿਰ ਉਹਦਾ ਕੀ ਸਾਰਥਕ ਹੱਲ ਤੁਸੀਂ ਕੱਢਿਆ ਹੈ? 3 ਤੋਂ 4 ਮਹੀਨੇ ਦਾ ਕੋਰਸ ਹੁੰਦਾ ਉਹਨਾਂ ਨੂੰ ਪ੍ਰੋਪਰ ਉਸ ਕੋਰਸ ਦੇ ਰਾਹੀਂ ਉਹਨਾਂ ਦੀ ਜਿਹੜੀ ਵਿਵਾਹਿਕ ਜੀਵਨ 'ਚ ਉਹਨਾਂ ਨੂੰ ਜੋ ਵੀ ਸਮੱਸਿਆ ਆ ਰਹੀ ਹੁੰਦੀ ਹੈ ਉਹ ਅਸੀਂ ਬਿਲਕੁਲ ਠੀਕ ਕਰ ਦਿੰਦੇ ਹਾਂ। ਨਸ਼ਾ ਕਰਦੇ ਜੀ ਵਿਵਾਹਿਕ ਜਿਹੜੀ ਜ਼ਿੰਦਗੀ ਹੈਗੀ, ਵਿਆਹਤਾ ਜ਼ਿੰਦਗੀ ਹੈਗੀ ਹੈ, ਉਹ ਖਰਾਬ ਕਿਵੇਂ ਹੋ ਜਾਂਦੀ ਹੈ? ਇਹ ਵੀ ਸਾਡੇ ਦਰਸ਼ਕਾਂ ਨੂੰ ਸਮਝਾਓਗੇ ਤੁਸੀਂ? ਤੁਹਾਡਾ ਬਹੁਤ ਵੱਡਾ ਤਜਰਬਾ ਹੈ। ਜਦੋਂ ਇੱਕ ਨਸ਼ੇੜੀ ਲਗਾਤਾਰ ਨਸ਼ੇ ਵੱਲ ਨੂੰ ਜਾਂਦਾ ਹੈ ਤੇ ਉਹਦਾ ਅਸਰ ਹੈਗਾ ਉਹਦੀ ਵਿਆਹਤਾ ਜ਼ਿੰਦਗੀ ਤੇ ਹੀ ਸਭ ਤੋਂ ਪਹਿਲਾਂ ਕਿਉਂ ਪੈਂਦਾ? ਜਦੋਂ ਤੁਹਾਡੇ ਕੋਲੇ ਛਾਨਣ ਤੋਂ ਬਾਅਦ ਜਿਹੜਾ ਮਟੀਰੀਅਲ ਬਚ ਗਿਆ ਉਹ ਇਸ ਤਰ੍ਹਾਂ ਦਾ ਹੋਏਗਾ ਜੀ। ਅੱਛਾ, ਤੇ ਜਿਨ੍ਹਾਂ ਨੇ ਨਸ਼ਾ ਛੱਡਣਾ ਫਿਰ ਉਹਦੇ ਵਾਸਤੇ ਤੁਸੀਂ ਕਹਿ ਰਹੇ ਹੋ ਕਿ ਮੁਰੱਬਾ ਹੈ, ਅੰਮ੍ਰਿਤ ਸਮਾਨ ਹੈ, ਉਹਨਾਂ ਨੇ ਕਿਵੇਂ ਖਾਣਾ? ਫਿਰ ਇਹ ਵੀ ਦੱਸ ਦਿਓ। ਉਹਨਾਂ ਨੇ ਵੀ ਸਵੇਰੇ ਖਾਲੀ ਪੇਟ ਖਾ ਲੈਣੇ ਇਹ, ਕਿਉਂਕਿ ਜਿਹੜੀ ਕਿੰਨੀ ਕੁ ਡੋਜ਼? ਸਰ ਉਹਦੇ ਵਿੱਚੋਂ ਜਿਵੇਂ ਇਹ ਇੱਕ ਸਲਾਈਸ ਹੈਗੀ ਹੈ, ਇਸ ਨੂੰ ਸਵੇਰੇ ਖਾਲੀ ਪੇਟ ਆਪਣਾ ਚਿੱਥ ਕੇ ਖਾਣ ਪੂਰੀ ਤਰ੍ਹਾਂ। ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ। ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ। ਪਿਛਲੀ ਵਾਰ ਅਸੀਂ ਤੁਹਾਨੂੰ ਪਟਿਆਲਵੀ ਵੈਦ ਡਾਕਟਰ ਗੁਪਤਾ ਹੋਰਾਂ ਦਾ ਨੁਸਖਾ ਮੇਥੀ ਦਾਣਾ ਤੇ ਜਿਹੜਾ ਕਲੌਂਜੀ ਦੇ ਬੀਜਾਂ ਵਾਲਾ ਦੱਸਿਆ ਸੀ ਕਿ ਕਿਸ ਤਰੀਕੇ ਨਾਲ ਉਸ ਦੀ ਡੋਜ਼ ਹੈਗੀ ਹੈ ਜਿਹੜੀ ਉਹ ਨਸ਼ੇੜੀਆਂ ਦੇ ਛੱਕੇ ਛੁਡਾ ਦਿੰਦੀ ਹੈ। ਅਜਿਹੇ ਦੇ ਵਿੱਚ ਇੱਕ ਵਾਰ ਮੁੜ ਤੋਂ ਅਸੀਂ ਪਹੁੰਚੇ ਹਾਂ ਪੁਰਾਣੇ ਬੱਸ ਸਟੈਂਡ ਪਟਿਆਲਾ ਡਾਕਟਰ ਗੁਪਤਾ ਕੋਲ ਇੱਕ ਵਾਰ ਫੇਰ ਨਵਾਂ ਨੁਸਖਾ ਲੈਣ। ਉਹ ਉਹਨਾਂ ਲੋਕਾਂ ਵਾਸਤੇ ਜੋ ਨਸ਼ਾ ਛੱਡ ਚੁੱਕੇ ਨੇ ਪਰ ਨਸ਼ਾ ਛੱਡਣ ਤੋਂ ਬਾਅਦ ਉਹਨਾਂ ਦਾ ਸਾਰਾ ਸਿਸਟਮ ਹੈਗਾ ਜਿਹੜਾ ਉਹ ਗੜਬੜਾ ਜਾਂਦਾ ਹੈ। ਨਾ ਤਾਂ ਉਹਨਾਂ ਨੂੰ ਤੋੜ ਹਟਦੀ ਹੈ ਤੇ ਨਾ ਹੀ ਉਹਨਾਂ ਨੂੰ ਟੱਟੀਆਂ ਉਲਟੀਆਂ ਹਟਦੀਆਂ ਨੇ। ਅਜਿਹੇ ਦੇ ਵਿੱਚ ਕੀ ਨੁਸਖਾ ਹੈਗਾ, ਕਿਸ ਤਰੀਕੇ ਨਾਲ ਇਸ ਮੁਸੀਬਤ ਦੇ ਉੱਤੇ ਜਿਹੜਾ ਕਾਬੂ ਪਾਇਆ ਜਾ ਸਕਦਾ ਹੈ? ਅਸੀਂ ਇੱਕ ਵਾਰ ਫਿਰ ਮਿਲ ਲੈਂਦੇ ਹਾਂ ਇਸੇ ਮੁੱਦੇ ਦੇ ਉੱਤੇ ਡਾਕਟਰ ਗੁਪਤਾ ਨਾਲ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਹਕੀਕਤ ਟੀਵੀ ਪੰਜਾਬੀ ਤੇ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਅੱਛਾ ਡਾਕਟਰ ਸਾਹਿਬ, ਪਿਛਲੀ ਵਾਰ ਤੁਹਾਡਾ ਮੇਥੀ ਦਾਣਾ ਤੇ ਕਲੌਂਜੀ ਵਾਲਾ ਨੁਸਖਾ ਹੈ ਜਿਹੜਾ ਉਹ ਕਾਫੀ ਵਾਇਰਲ ਹੋਇਆ, ਲੋਕਾਂ ਨੇ ਬਹੁਤ ਪਸੰਦ ਵੀ ਕੀਤਾ ਹੈ, ਲੋਕਾਂ ਨੇ ਫਾਇਦਾ ਵੀ ਉਹਦਾ ਬੜੇ ਵੱਡੇ ਪੱਧਰ ਦੇ ਉੱਤੇ ਲਿਆ। ਪਰ ਇੱਕ ਚੀਜ਼ ਜਿਹੜੀ ਉਸ ਵੀਡੀਓ ਦੇ ਵਿੱਚੋਂ ਨਿਕਲ ਕੇ ਆਈ ਹੈ, ਬਹੁਤ ਸਾਰੇ ਸਵਾਲ, ਬਹੁਤ ਸਾਰੀਆਂ ਈਮੇਲ ਜਿਹੜੀਆਂ ਸਾਨੂੰ ਮਿਲੀਆਂ ਨੇ, ਅੱਜ ਅਸੀਂ ਤੁਹਾਡੇ ਨਾਲ ਉਹ ਸਾਂਝੀਆਂ ਕਰਾਂਗੇ ਔਰ ਨੁਸਖਾ ਵੀ ਸਮਝਾਂਗੇ। ਕਿਉਂਕਿ ਦੇਖੋ ਇੱਥੇ ਇਹਨਾਂ ਨੇ ਇੱਕ ਪਾਊਡਰ ਵੀ ਹੈਗਾ ਤੇ ਇਹ ਪਤਾ ਨਹੀਂ ਕੀ ਲੱਕੜ ਜੇ ਵਰਗਾ ਕੁਝ ਹੈ, ਕੁਝ ਰੱਖਿਆ ਹੋਇਆ ਇਹਨਾਂ ਨੇ ਔਰ ਨਾਲ ਇਹ ਕੁਝ ਜਾਣੀ ਪਛਾਣੀ ਚੀਜ਼ ਹੈ, ਮੈਨੂੰ ਲੱਗਦਾ ਸ਼ਾਇਦ ਸੇਬ ਵਗੈਰਾ ਕੁਝ ਰੱਖਿਆ ਹੋਇਆ ਹੋਵੇ। ਅਸੀਂ ਇਸ ਬਾਬਤ ਸਾਰਾ ਕੁਝ ਜਾਣਕਾਰੀ ਲਵਾਂਗੇ ਇਹਨਾਂ ਤੋਂ। ਵੈਦ ਜੀ, ਸਭ ਤੋਂ ਪਹਿਲਾਂ ਸਾਨੂੰ ਇਹ ਸਮਝਾਓ ਕਿ ਜਦੋਂ
ਅਸੀਂ ਤੁਹਾਡਾ ਨੁਸਖਾ ਜਾਂ ਕੋਈ ਨਸ਼ੇੜੀ ਨਸ਼ਾ ਛੱਡ ਦਿੰਦਾ ਹੈ ਤੇ ਉਹਦਾ ਪੇਟ ਕਿਉਂ ਖਰਾਬ ਹੋ ਜਾਂਦਾ ਹੈ? ਸਰ ਦੇਖੋ, ਇਸ ਤਰ੍ਹਾਂ ਦੇ ਫੋਨ ਸਾਨੂੰ ਵੀ ਕਈ ਪੇਸ਼ੈਂਟਾਂ ਦੇ ਆਏ ਨੇ ਵੀ ਤੁਹਾਡੇ ਅਸੀਂ ਨੁਸਖੇ ਨੂੰ ਆਪਣੀ ਦਿਨਚਰਿਆ ਦੇ ਵਿੱਚ ਅਸੀਂ ਯੂਜ਼ ਕਰ ਰਹੇ ਹਾਂ, ਪਰ ਬਟ ਸਾਨੂੰ ਉਹਦੇ ਨਾਲ ਕੁਝ ਦਿੱਕਤਾਂ ਆ ਰਹੀਆਂ ਨੇ ਵੀ ਕਈ ਤਾਂ ਕਹਿ ਰਹੇ ਆ ਜੀ ਸਾਨੂੰ ਇਹਦੇ ਨਾਲ ਕਬਜ਼ ਹੋਣੀ ਸ਼ੁਰੂ ਹੋ ਗਈ ਹੈ, ਔਰ ਕਈ ਸਾਡੇ ਕੋਲੇ ਐਸੇ ਪੇਸ਼ੈਂਟਾਂ ਦਾ ਵੀ ਫੋਨ ਆਇਆ ਵੀ ਸਾਨੂੰ ਉਹਦੇ ਨਾਲ ਲੂਜ਼ ਮੋਸ਼ਨ ਲੱਗ ਗਏ ਜਾਂ ਉਲਟੀਆਂ ਹੋ ਰਹੀਆਂ, ਦਸਤ ਲੱਗ ਗਏ, ਉਲਟੀਆਂ ਹੋ ਰਹੀਆਂ। ਤਾਂ ਉਹ ਦੇਖੋ ਕੀ ਹੁੰਦਾ ਕਿ ਜਦੋਂ ਆਪਾਂ ਕੋਈ ਵੀ ਚੀਜ਼ ਜਿਹੜੀ ਆਪਾਂ ਦੇਖੋ ਸਾਡੀ ਜਿਹੜੀ ਦਵਾਈ ਹੈ ਉਹਨੇ ਤੁਹਾਡੀ ਬੋਡੀ ਨੂੰ ਡਿਟੌਕਸ ਕਰਨਾ ਹੈ, ਤਾਂ ਜਦੋਂ ਉਹਨੇ ਤੁਹਾਡੇ ਅੰਦਰੋਂ ਗੰਦਗੀ ਕੱਢਣੀ ਹੈ ਤਾਂ ਨੈਚੁਰਲੀ ਆ ਉਹ ਪੋਟੀ ਜਾਂ ਪਿਸ਼ਾਬ ਦੇ ਰਾਹੀਂ ਜਾਂ ਉਲਟੀਆਂ ਦੇ ਰਾਹੀਂ ਉਹ ਗੰਦਗੀ ਨੂੰ ਬਾਹਰ ਨਿਕਲੇਗੀ। ਤਾਂ ਉਹੀ ਚੀਜ਼ਾਂ ਉਹਨਾਂ ਨੂੰ ਸਾਹਮਣੇ ਆਉਂਦੀਆਂ, ਪਰ ਪੇਸ਼ੈਂਟ ਕੀ ਹੁੰਦਾ ਕਈ ਵਾਰੀ ਉਹ ਘਬਰਾ ਜਾਂਦਾ ਵੀ ਇਹ ਕਿਤੇ ਮੈਨੂੰ ਨੁਸਖਾ ਗਲਤ ਕੰਮ ਤਾਂ ਨਹੀਂ ਕਰਨ ਲੱਗ ਗਿਆ, ਠੀਕ ਹੈ, ਜਦਕਿ ਉਹ ਆਪਣਾ ਵਰਕਿੰਗ ਸਹੀ ਤਰੀਕੇ ਨਾਲ ਕਰ ਰਿਹਾ, ਉਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਉਹ ਨਹੀਂ ਹੈਗੀ। ਪਰ ਬਟ ਪੇਸ਼ੈਂਟ ਨੂੰ ਜਿਹੜੀ ਹੈਗੀ ਹੈ ਠੀਕ ਹੈ ਵੀ ਕਿਉਂਕਿ ਉਹਨਾਂ ਨੂੰ ਪੂਰੀ ਜਾਣਕਾਰੀ ਨਹੀਂ ਹੁੰਦੀ ਹੈਗੀ, ਤਾਂ ਉਹਨਾਂ ਦਾ ਘਬਰਾਉਣਾ ਵੀ ਲਾਜ਼ਮੀ ਹੈ। ਤਾਂ ਅਸੀਂ ਉਸੇ ਵਜ੍ਹਾ ਕਰਕੇ ਅੱਜ ਮੈਂ ਉਹਨਾਂ ਦੀ ਹੀ ਇੱਕ ਹੋਰ ਉਹਨਾਂ ਨੂੰ ਮੈਂ ਉਹਦਾ ਨੁਸਖਾ ਦੇਣ ਜਾ ਰਿਹਾ ਵੀ ਜਿਹਦੀ ਵਜ੍ਹਾ ਕਰਕੇ ਉਹਨਾਂ ਦੀ ਬੋਡੀ ਦੇ ਵਿੱਚ ਜ਼ਿਆਦਾ ਕਬਜ਼ ਹੋ ਰਹੀ ਹੈ ਜਾਂ ਉਹਨਾਂ ਨੂੰ ਉਲਟੀਆਂ ਜਾਂ ਦਸਤ ਲੱਗ ਰਹੇ ਨੇ। ਤਾਂ ਉਸ ਚੀਜ਼ ਨੂੰ ਲੈ ਕੇ ਅੱਜ ਮੈਂ ਜਿਹੜੀ ਚੀਜ਼ ਲੈ ਕੇ ਆਇਆ ਉਹ ਹੈਗਾ ਜੀ ਆਪਣੇ ਕੋਲੇ ਬੇਲਗਿਰੀ ਦਾ ਚੂਰਨ। ਬੇਲਗਿਰੀ ਦਾ ਚੂਰਨ ਵੀ ਹੈ, ਉਹਦਾ ਮੁਰੱਬਾ ਵੀ ਹੈ। ਆਪਾਂ ਦੋਨਾਂ ਤਰੀਕਾਂ ਦੇ ਨਾਲ ਪੇਸ਼ੈਂਟ ਦੀ ਬੋਡੀ ਨੂੰ ਬਿਲਕੁਲ ਬੈਲੈਂਸ ਕਰਾਂਗੇ ਵੀ ਤਾਂ ਕਿ ਜੇ ਕਿਸੇ ਨੂੰ ਦਸਤ ਲੱਗੇ ਹੋਏ ਆ ਤਾਂ ਉਹਨਾਂ ਦੇ ਦਸਤ ਰੁਕ ਜਾਣ, ਜੇ ਕਿਸੇ ਨੂੰ ਕਬਜ਼ ਹੋਈ ਵੀ ਹੈ ਤਾਂ ਉਹਦੀ ਕਬਜ਼ ਠੀਕ ਹੋ ਜਾਵੇ। ਕਮਾਲ ਦੀ ਗੱਲ ਹੈ ਜੀ, ਇਹ ਇੱਕੋ ਚੀਜ਼ ਨਾਲ ਦੋ ਚੀਜ਼ਾਂ ਤੁਸੀਂ ਕਿਵੇਂ ਠੀਕ ਕਰ ਸਕਦੇ ਹੋ? ਕਬਜ਼ ਵੀ ਠੀਕ ਕਰ ਦੋਗੇ ਉਹੀ ਚੂਰਨ ਨਾਲ, ਤੇ ਉਹਦੇ ਨਾਲ ਹੀ ਤੇ ਤੁਸੀਂ ਕਹਿ ਰਹੇ ਹੋ ਕਿ ਅਗਰ ਕਿਸੇ ਨੂੰ ਲੂਜ਼ ਮੋਸ਼ਨ ਲੱਗੇ ਹੋਏ ਨੇ ਉਹ ਵੀ ਠੀਕ ਹੋ ਜਾਂਦੇ ਨੇ। ਇਹ ਫਿਰ ਇਹ ਉਹੀ ਹੈ ਜੀ, ਉਹੀ ਚੀਜ਼ ਹੈ? ਹਾਂਜੀ, ਇਹ ਬੇਲਗਿਰੀ ਦਾ ਚੂਰਨ ਹੈ ਜੀ, ਇਹ ਬੇਲਗਿਰੀ ਹੈ, ਇਹ ਬੇਲਗਿਰੀ ਦਾ ਮੁਰੱਬਾ ਹੈ। ਅੱਛਾ, ਮੈਨੂੰ ਲੱਗਿਆ ਕਿ ਤੁਸੀਂ ਸੇਬ ਦੀ ਤਰ੍ਹਾਂ ਕੱਟਿਆ ਹੋਇਆ ਸੇਬ ਦਾ ਮੁਰੱਬਾ ਨਾ। ਬਿਲਕੁਲ ਬਿਲਕੁਲ, ਇਹ ਸੇਬ ਦਾ ਮੁਰੱਬਾ ਨਹੀਂ ਹੈ ਜੀ, ਇਹ ਬੇਲਗਿਰੀ ਦਾ ਮੁਰੱਬਾ ਹੈ। ਬੇਲਗਿਰੀ ਦਾ ਵੀ ਮੁਰੱਬਾ ਹੁੰਦਾ? ਹਾਂਜੀ ਹਾਂਜੀ ਬਿਲਕੁਲ, ਤੁਹਾਨੂੰ ਇਹ ਬਾਜ਼ਾਰ ਦੇ ਵਿੱਚੋਂ ਹੀ ਮਿਲ ਜਾਏਗਾ, ਕੋਈ ਇਹਦੇ ਵਿੱਚ ਤਾਂ ਤੁਹਾਨੂੰ ਕੋਈ ਵੀ ਮਿਹਨਤ ਮਸ਼ੱਕਤ ਦੀ ਲੋੜ ਨਹੀਂ ਹੈਗੀ। ਪਰ ਬਟ ਜਿਹੜੀ ਚੀਜ਼ ਆਪਾਂ ਇਹ ਕਰਨ ਜਾ ਰਹੇ ਹਾਂ ਇਹਦੇ ਵਿੱਚ ਥੋੜੀ ਜੀ ਤੁਹਾਨੂੰ, ਕਿਉਂਕਿ ਇਸ ਵਜ੍ਹਾ ਕਰਕੇ ਕਰਨਾ ਵੀ ਪਿਓਰਿਟੀ ਮਿਲ ਜੇ ਆਪਾਂ ਨੂੰ, ਕਿਉਂਕਿ ਦੇਖੋ ਚੂਰਨ ਹੈ, ਚੂਰਨ ਦੇ ਵਿੱਚ ਆਪਾਂ ਨੂੰ ਇਹ ਨਹੀਂ ਪਤਾ ਕਿ ਬਾਜ਼ਾਰ ਦੇ ਵਿੱਚ ਆਪਾਂ ਨੂੰ ਕੀ ਦੇ ਦੇਣਾ, ਠੀਕ ਹੈ। ਇਸ ਚੀਜ਼ ਕਰਕੇ ਅਸੀਂ ਕਹਿ ਰਹੇ ਹਾਂ ਵੀ ਜੇ ਪੇਸ਼ੈਂਟ ਆਪਣੇ ਸਾਹਮਣੇ ਆਪਣੇ ਉਸ ਨੂੰ ਤਰੀਕੇ ਨੂੰ ਆਪ ਤਿਆਰ ਕਰੇ ਤਾਂ ਆਪਾਂ ਨੂੰ ਇੱਕ ਸਹੀ ਓਰੀਜਨਲ ਚੀਜ਼ ਮਿਲੇਗੀ, ਤਾਂ ਹੀ ਉਹਦਾ ਆਪਾਂ ਸਹੀ ਫਾਇਦਾ ਲੈ ਪਾਵਾਂਗੇ। ਜੀ ਜੀ, ਚਲੋ ਅਸੀਂ ਤੁਹਾਡੇ ਕੋਲ ਇਹਦਾ ਤਰੀਕਾ ਵੀ ਸਮਝਾਂਗੇ, ਪਰ ਅਸੀਂ ਇੱਕ ਹੋਰ ਜਿਹੜਾ ਵਿਸ਼ਾ ਹੈਗਾ, ਜਿਹੜਾ ਮੇਨ ਵਿਸ਼ਾ ਹੈਗਾ ਇਸ ਵੇਲੇ ਦਾ, ਡਾਕਟਰ ਸਾਹਿਬ, ਚਿੱਟਾ ਹੋਵੇ, ਅਫੀਮ ਹੋਵੇ, ਭੁੱਕੀ ਹੋਵੇ, ਗੋਲੀਆਂ ਹੋਣ, ਹੁਣੇ ਇੱਕ ਬੰਦੇ ਦਾ ਜਿਹੜਾ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਉਹ ਕਹਿ ਰਿਹਾ ਸੀ ਕਿ ਮੈਨੂੰ 10 ਗੋਲੀਆਂ ਮਿਲ ਜਾਣ, 12 ਮਿਲ ਜਾਣ ਤੇ ਮੈਂ ਖਾ ਲੈਣਾ ਤੇ ਮੈਨੂੰ ਤ੍ਰਿਪਤੀ ਹੋ ਜਾਂਦੀ ਹੈ। ਐਵੇਂ ਹੋ ਜਾਂਦਾ ਜੀ ਨਸ਼ੇ ਵਾਲੇ ਨੂੰ? ਬਿਲਕੁਲ ਸਰ, ਜਦੋਂ ਉਹਨਾਂ ਦੀ ਦੇਖੋ ਹਰ ਇੱਕ ਬੰਦੇ ਨੇ ਆਪਣੀ ਬੋਡੀ ਦੀ ਇੱਕ ਡੋਜ਼ ਦੀ ਇੱਕ ਸੈਟਿੰਗ ਕੀਤੀ ਹੋਈ ਹੈ, ਜਾਂ ਐ ਲਾ ਲਓ ਵੀ ਉਹਨਾਂ ਦੀ ਬੋਡੀ ਨੂੰ ਇੱਕ ਡੋਜ਼ ਹੈ, ਚਾਹੇ ਉਹ 10 ਗੋਲੀਆਂ 'ਚ ਪੂਰੀ ਹੋਵੇ, ਚਾਹੇ ਉਹ 12 ਗੋਲੀਆਂ 'ਚ ਪੂਰੀ ਹੋਵੇ, ਚਾਹੇ ਉਹ 5 ਗੋਲੀਆਂ 'ਚ ਪੂਰੀ ਹੋਵੇ। ਔਰ ਕਈ ਤਾਂ ਸਾਡੇ ਕੋਲੇ ਐਸੇ ਪੇਸ਼ੈਂਟ ਆ ਜਿਹੜੇ ਕਹਿੰਦੇ ਜੀ ਮੈਂ ਇੱਕ ਗੋਲੀ ਖਾਣਾ, ਅੱਧੀ ਸਵੇਰੇ ਅੱਧੀ ਸ਼ਾਮ ਨੂੰ, ਉਹਨਾਂ ਦੀ ਬੋਡੀ ਉਸੇ ਡੋਜ਼ ਦੇ ਨਾਲ ਉਹਨਾਂ ਦਾ ਬੈਲੈਂਸ ਬਣ ਜਾਂਦਾ ਹੈ। ਤਾਂ ਉਹ ਹਰ ਇੱਕ ਬੰਦੇ ਦੀ ਅਲੱਗ-ਅਲੱਗ ਡੋਜ਼ ਹੈ, ਔਰ ਅਸੀਂ ਵੀ ਦਵਾਈ ਉਸੇ ਹਿਸਾਬ ਨਾਲ ਹੀ ਪੇਸ਼ੈਂਟ ਨੂੰ ਦਿੰਦੇ ਹਾਂ ਜੋ ਆਪਣੀ ਉਹ ਨਸ਼ੇ ਦੀ ਡੋਜ਼ ਸਾਨੂੰ ਦੱਸਦਾ ਹੈ। ਹਾਂਜੀ। ਅੱਛਾ, ਇੱਕ ਹੋਰ ਬੜੀ ਅਹਿਮ ਚੀਜ਼, ਕਿਉਂਕਿ ਜਦੋਂ ਅਸੀਂ ਤੁਹਾਡੇ ਕੋਲ ਵੀਡੀਓ ਬਣਾਉਣ ਆਉਣੇ ਆ ਇੱਥੇ, ਸਾਨੂੰ ਅਸੀਂ ਕਹਿ ਲਈਏ ਸੁਣਨ ਨੂੰ ਬੜਾ ਕੁਝ ਮਿਲਦਾ। ਇੱਕ ਨੌਜਵਾਨ ਬੈਠਾ ਸੀ, ਹੱਟਾ ਕੱਟਾ ਨੌਜਵਾਨ, ਜਿਹੜਾ ਇਹ ਗੱਲ ਕਹਿ ਰਿਹਾ ਸੀ ਕਿ ਜੀ ਮੈਂ ਨਸ਼ੇ ਦੀ ਗ੍ਰਿਫਤ ਦੇ ਵਿੱਚ ਕਿਵੇਂ ਲੱਗਿਆ। ਉਹਨੇ ਦੱਸਿਆ ਕਿ ਮੈਂ ਗ੍ਰਸਤੀ ਵਾਲੇ ਪਾਸੇ ਨੂੰ ਤੁਰਿਆ ਤੇ ਗ੍ਰਸਤੀ ਵਾਲੇ ਪਾਸੇ ਨੂੰ ਜਦੋਂ ਲੱਗਿਆ ਕਿ ਨਹੀਂ ਗੱਲ ਬਣ ਰਹੀ ਤਾਂ ਫਿਰ ਮੈਂ ਨਸ਼ੇ ਵਾਲੇ ਪਾਸੇ ਨੂੰ ਹੋ ਗਿਆ। ਇਹ ਮਾਮਲੇ ਇਸ ਤਰੀਕੇ ਨਾਲ ਹੀ ਵੱਧਦੇ ਨੇ ਜੀ ਫਿਰ? ਫਾਰੂਕੀ ਸਾਹਿਬ, ਤੁਸੀਂ ਇਹ ਇੱਕ ਬਹੁਤ ਵਧੀਆ ਕੁਐਸਚਨ ਜਿਹੜਾ ਹੈਗਾ ਤੁਸੀਂ ਮੈਨੂੰ ਪੁੱਛਿਆ ਹੈਗਾ। ਅਸੀਂ ਜ਼ਿਆਦਾਤਰ ਹੁਣ ਅਸੀਂ ਜੋ ਐਨਾਲਾਈਜ਼ ਕਰ ਰਹੇ ਹਾਂ, ਜਦ ਜਿਵੇਂ ਸਾਡੇ ਕੋਲੇ ਪੇਸ਼ੈਂਟ ਆਉਂਦੇ ਆ ਆਪਣੀ ਸਾਨੂੰ ਹਿਸਟਰੀ ਦੱਸਦੇ ਆ, ਤਾਂ ਅਸੀਂ ਉਹਦੇ ਵਿੱਚ ਕਈ ਚੀਜ਼ਾਂ ਇਹੋ ਹੀ ਦੇਖੀਆਂ ਕਿ ਬੰਦਾ ਕਈ ਵਾਰ ਤਾਂ ਆਪਣੇ ਵਿਵਾਹਿਕ ਜੀਵਨ ਨੂੰ ਲੈ ਕੇ ਹੀ ਇੰਨਾ ਕੁ ਪਰੇਸ਼ਾਨ ਹੁੰਦਾ ਹੈ ਕਿ ਉਹ ਆਪਣੀ ਵਿਵਾਹਿਤ ਜੀਵਨ ਦੇ ਵਿੱਚ ਇੰਨਾ ਸੰਤੁਸ਼ਟ ਨਹੀਂ ਹੋ ਪਾ ਰਿਹਾ ਹੁੰਦਾ। ਉਹਨਾਂ ਨੂੰ ਕੋਈ ਵੀ ਬੰਦਾ ਆ ਕੇ ਕਹਿ ਦਿੰਦਾ ਵੀ ਯਾਰ ਤੂੰ ਅਫੀਮ ਦਾ ਥੋੜ੍ਹਾ ਜਿਹਾ ਖਾ ਲਿਆ ਕਰ, ਥੋੜ੍ਹਾ ਜਿਹਾ ਤੂੰ ਆਹ ਨਸ਼ਾ ਕਰ ਲਿਆ ਕਰ, ਭੁੱਕੀ ਦਾ ਚਮਚਾ ਖਾ ਲਿਆ ਕਰ, ਜਾਂ ਥੋੜ੍ਹੀ ਜਿਹੀ ਸ਼ਰਾਬ ਪੀ ਲਿਆ ਕਰ, ਬੀਅਰ ਪੀ ਲਿਆ ਕਰ। ਤਾਂ ਉਹ ਕੀ ਕਰਦੇ ਆ ਫਿਰ, ਉਹ ਆਪਣੀ ਗ੍ਰਸਤ ਜੀਵਨ ਨੂੰ ਸਹੀ ਕਰਨ ਦੇ ਚੱਕਰ 'ਚ ਥੋੜ੍ਹਾ ਨਸ਼ਾ ਕਰਨਾ ਸ਼ੁਰੂ ਕਰ ਦਿੰਦੇ ਆ। ਲੇਕਿਨ ਥੋੜ੍ਹਾ ਨਸ਼ਾ ਕਰਦੇ ਕਦੋਂ ਉਹ ਇਸ ਦਲਦਲ 'ਚ ਫਸ ਜਾਂਦੇ ਆ ਉਹਨਾਂ ਨੂੰ ਪਤਾ ਨਹੀਂ ਚੱਲਦਾ। ਨਾ ਤਾਂ ਉਹਨਾਂ ਦੀ ਗ੍ਰਸਤੀ ਠੀਕ ਚੱਲਦੀ ਹੈ, ਉੱਤੋਂ ਨਸ਼ੇ ਦੀ ਆਦਤ ਪੈ ਗਈ, ਫਾਈਨੈਂਸ਼ੀਅਲੀ ਵੀਕ ਹੋ ਜਾਂਦੇ ਆ। ਤਾਂ ਉਹ ਫਿਰ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਦਿੱਕਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਵੀ ਉਹ ਗ੍ਰਸਤ ਜੀਵਨ ਨੂੰ ਠੀਕ ਕਰਨ ਦੇ ਚੱਕਰ 'ਚ ਉਲਟਾ ਆਪਣੀ ਉਹ ਜਿਹੜੀ ਉਹਨਾਂ ਦੀ ਇੱਕ ਲਾਈਫ ਚੱਲ ਰਹੀ ਹੁੰਦੀ ਆ ਉਸ ਨੂੰ ਵੀ ਉਹ ਖਰਾਬ ਕਰ ਦਿੰਦੇ ਆ। ਇਹ ਜਿਹੜੇ ਗੋਲੀਆਂ ਵਾਲੇ ਬੜੇ ਲੋਕ ਆਉਂਦੇ ਨੇ ਜੀ ਤੁਹਾਡੇ ਕੋਲ, ਜਿਹੜੇ ਕਹਿੰਦੇ ਕਾਲੀਆਂ ਜੇ ਗੋਲੀਆਂ ਅਸੀਂ ਖਾਂਦੇ ਹਾਂ, ਕਾਮਨੀ ਕਹਿ ਰਹੇ ਸੀ ਜਿਹਨੇ। ਹਾਂਜੀ ਕਾਮਨੀ ਦੀਆਂ ਗੋਲੀਆਂ, ਕਿਉਂਕਿ ਉਹਦੇ ਵਿੱਚ 50% ਤੋਂ ਉੱਤੇ ਅਫੀਮ ਦੀ ਮਾਤਰਾ ਮਿਲੀ ਹੋਈ ਹੈ।
ਆਮ ਤੌਰ ਤੇ ਅੱਜ ਕੱਲ੍ਹ ਅਫੀਮ ਕਈ ਵਾਰੀ ਮਾਰਕੀਟ 'ਚ ਪਿਓਰ ਮਿਲਦੀ ਨਹੀਂ ਹੈ, ਤਾਂ ਉਹ ਲੋਕ ਕੀ ਕਰਦੇ ਆ, ਕਾਮਨੀ ਦੀਆਂ ਗੋਲੀਆਂ ਖਰੀਦ ਲੈਂਦੇ ਆ ਵੀ ਇਹਦੇ ਵਿੱਚ ਪਿਓਰ ਅਫੀਮ ਹੈ, ਤੇ ਉਹ ਉਸ ਆਪਣੇ ਨਸ਼ੇ ਦੀ ਉਹ ਪੂਰਤੀ ਉਸ ਰਾਹੀਂ ਉਹ ਕਰ ਲੈਂਦੇ ਆ। ਹਾਂਜੀ। ਅੱਛਾ, ਤੇ ਫਿਰ ਜਿਹੜਾ ਤੁਸੀਂ ਕਹਿ ਰਹੇ ਸੀ ਇੱਕ ਹੋਰ ਜਿਹਦਾ ਬੈਠੇ ਸੀ ਇੱਥੇ ਮਾਤਾ ਜੀ ਹੋਰ ਵੀ ਕੀ ਸੀ ਜਿਹਦੇ ਨਾਲ ਤੁਸੀਂ ਗੱਲ ਕਰ ਰਹੇ ਸੀ, ਉਹ ਕਹਿੰਦੇ ਸੀ ਵੀ 20-22 ਸਾਲ ਹੋ ਗਏ ਮੇਰੇ ਘਰ ਵਾਲੇ ਨੂੰ ਜਿਹੜਾ ਨਸ਼ਾ ਕਰਦੇ ਆ। ਉਹ ਬਹੁਤ ਵਾਰ ਉਹਨਾਂ ਨੇ ਮਨ ਵੀ ਬਣਾਇਆ ਹੈ, ਪਰ ਉਹ ਛੱਡ ਫੇਰ ਨਹੀਂ ਹੁੰਦਾ, ਫਿਰ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੂੰ ਤੋੜ ਲੱਗਦੀ ਹੈ ਜਾਂ ਤਬੀਅਤ ਖਰਾਬ ਹੋ ਜਾਂਦੀ ਹੈ, ਤੇ ਫਿਰ ਉਹਦਾ ਹੱਲ ਤੁਹਾਡੇ ਕੋਲ ਕੀ ਹੁੰਦਾ ਜੀ? ਸਰ ਦੇਖੋ, ਉਹਦੇ ਲਈ ਸਾਡੇ ਕੋਲੇ ਆਪਣੀਆਂ ਅਸੀਂ ਆਯੁਰਵੈਦਿਕ ਤਰੀਕੇ ਨਾਲ ਜੜੀ ਬੂਟੀਆਂ ਨਾਲ ਜਿਹੜੀਆਂ ਅਸੀਂ ਮੈਡੀਸਨ ਤਿਆਰ ਕਰਦੇ ਹਾਂ, ਉਹਦੇ ਨਾਲ ਜੇ ਸਾਨੂੰ ਪੇਸ਼ੈਂਟ ਆਪਣੀ ਸਹੀ ਡੋਜ਼ ਦੱਸਦਾ, ਜਿਵੇਂ ਮੈਂ ਤੁਹਾਡੇ ਸਾਹਮਣੇ ਉਹਨਾਂ ਨੂੰ ਪੁੱਛ ਰਿਹਾ ਸੀਗਾ ਕਿ ਮੈਡਮ ਤੁਸੀਂ ਉਹਨਾਂ ਦੀ ਮੈਨੂੰ ਡੋਜ਼ ਦੱਸੋ, ਤਾਂ ਉਹਨਾਂ ਨੇ ਦੱਸਿਆ ਵੀ ਮੈਂ 10-12 ਗੋਲੀਆਂ, ਮੇਰੇ ਹਸਬੈਂਡ ਡੇਲੀ ਜੀ ਵਾਲੀਆਂ ਗੋਲੀਆਂ ਉਹ ਰੱਖਦੇ ਨੇ, ਤੇ ਨਾਲੇ ਅਧੀਆ ਤੋਂ ਲੈ ਕੇ ਉਹ ਬੋਤਲ ਤੱਕ ਆਪਣੀ ਉਹ ਵਿਸਕੀ ਵੀ ਪੀਂਦੇ ਆ। ਤਾਂ ਜਿਵੇਂ ਉਹਨਾਂ ਨੇ ਆਪਣੀ ਸਹੀ ਡੋਜ਼ ਦੱਸੀ, ਤਾਂ ਅਸੀਂ ਡੋਜ਼ ਦੇ ਅਨੁਸਾਰ ਉਹਨਾਂ ਨੂੰ ਦਵਾਈ ਦਿੰਦੇ ਹਾਂ। 2 ਤੋਂ 2.5 ਮਹੀਨੇ ਦਾ ਸਾਡਾ ਕੋਰਸ ਹੁੰਦਾ ਹੈ, ਔਰ ਪਹਿਲੇ ਦਿਨ ਤੋਂ ਹੀ ਅਸੀਂ ਉਹਨਾਂ ਦਾ ਨਸ਼ਾ ਬੰਦ ਕਰਾ ਦਿੰਦੇ ਹਾਂ ਪੇਸ਼ੈਂਟ ਦਾ, ਬਿਨਾਂ ਕਿਸੇ ਤੋੜ ਤਕਲੀਫ ਤੋਂ। ਇਹ ਕਿਵੇਂ ਪੋਸੀਬਲ ਹੈਗਾ ਜੀ ਕਿ ਕੋਟ ਤੋਂ 20 ਸਾਲ ਪੁਰਾਣੀ ਨਸ਼ਾ ਕਰਦਾ ਹੋਵੇ, ਤੇ ਤੁਸੀਂ ਕਹਿ ਰਹੇ ਹੋ ਕਿ ਪਹਿਲੀ ਡੋਜ਼ ਨਾਲ ਹੀ ਤੁਸੀਂ ਦੇਖਿਓ ਕਿ ਤੋੜ ਤਕਲੀਫ ਬੰਦ? ਇੰਨਾ ਕੌਨਫੀਡੈਂਸ, ਇੰਨਾ ਵਿਸ਼ਵਾਸ ਆਪਣੇ ਨੁਸਖੇ ਦੇ ਉੱਤੇ ਕਿਵੇਂ ਜੀ? ਸਰ ਜੀ, ਇਹ ਵਿਸ਼ਵਾਸ ਸਾਡੀ ਆਯੁਰਵੇਦ ਨੇ ਹੀ ਸਾਨੂੰ ਦਿੱਤਾ ਹੈ, ਕਿਉਂਕਿ ਆਯੁਰਵੇਦ ਦੇ ਵਿੱਚ ਇੰਨੀਆਂ ਕੁ ਜੜੀਆਂ ਬੂਟੀਆਂ ਨੇ, ਇੰਨੇ ਕੁ ਉਹਦੇ ਵਿੱਚ ਤੱਤ ਨੇ ਜਿਹੜੇ ਕਿ ਤੁਸੀਂ ਜੇ ਉਹਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰੋ ਤਾਂ ਤੁਸੀਂ ਐਂ ਲਾਓ ਵੀ ਇੱਕ ਬੈੱਡ ਤੇ ਪਏ ਬੰਦੇ ਦੇ ਵਿੱਚ ਵੀ ਅਸੀਂ ਜਾਨ ਪਾ ਦਿੰਦੇ ਹਾਂ, ਸਿਰਫ ਉਹਨਾਂ ਜੜੀਆਂ ਬੂਟੀਆਂ ਦੀ। ਜੇ ਤੁਹਾਨੂੰ ਉਹ ਸਹੀ ਜੜੀਆਂ ਬੂਟੀਆਂ ਦਾ ਗਿਆਨ ਹੈ, ਉਹਨਾਂ ਦੀ ਤੁਹਾਨੂੰ ਸਹੀ ਮਿਕਦਾਰ ਪਤਾ ਹੈ ਵੀ ਆਪਾਂ ਨੇ ਕਿਹੜੀ ਜੜੀ ਬੂਟੀ ਦੀ ਮਿਕਦਾਰ ਕਿਸ ਤਰ੍ਹਾਂ ਇਸਤੇਮਾਲ ਕਰਨੀ ਹੈ, ਤਾਂ ਅਸੀਂ ਉਹ ਜਿਹੜੀਆਂ ਆਪਣੀਆਂ ਦਵਾਈਆਂ ਇਸਤੇਮਾਲ ਕਰਦੇ ਹਾਂ, ਉਹਨਾਂ 'ਚੋਂ ਸਾਰੀਆਂ ਅਸੀਂ ਜੜੀ ਬੂਟੀਆਂ ਜੋ ਇਸ ਨਸ਼ੇ ਦੇ ਉੱਪਰ ਪ੍ਰੋਪਰ ਕੰਮ ਕਰਦੀਆਂ, ਉਹਨਾਂ ਦੀ ਤੋੜ ਨੂੰ ਖਤਮ ਕਰਦੀਆਂ ਪਹਿਲੇ ਦਿਨ ਤੋਂ ਹੀ, ਉਹ ਅਸੀਂ ਸਾਰੀਆਂ ਉਹਨਾਂ ਦੇ ਅੰਦਰ ਇਸਤੇਮਾਲ ਕਰਦੇ ਹਾਂ। ਅੱਛਾ, ਇੱਕ ਹੋਰ ਬੜਾ ਅਹਿਮ ਇੱਥੇ ਚੀਜ਼ ਹੈਗੀ, ਤੁਸੀਂ ਕਹਿ ਰਹੇ ਹੋ ਕਿ ਬੈੱਡ ਦੇ ਉੱਤੇ ਪਏ ਬੰਦੇ ਨੂੰ ਅਸੀਂ ਖੜਾ ਕਰ ਲੈਂਦੇ ਹਾਂ, ਜਾਨ ਪਾ ਦਿੰਦੇ ਹਾਂ, ਪਰ ਨਸ਼ੇੜੀਆਂ ਦਾ ਹਾਲ ਤਾਂ ਇਹੀ ਹੁੰਦਾ, ਜਦੋਂ ਤੱਕ ਤਾਂ ਨਸ਼ਾ ਮਿਲ ਗਿਆ ਉਦੋਂ ਤੱਕ ਤੁਰਦੇ ਫਿਰਦੇ ਨੇ, ਅਦਰਵਾਈਜ਼ ਤੇ ਫਿਰ ਉਹ ਲੋਥ ਹੀ ਬਣੇ ਪਏ ਰਹਿੰਦੇ ਨੇ ਸਾਰੀ ਦਿਹਾੜੀ। ਉਹਨਾਂ ਤੇ ਕੰਮ ਕਰਦੇ ਹੈ? ਤੁਹਾਡਾ ਕੀ ਨੁਸਖਾ ਕੀ ਹੈਗਾ ਤੁਹਾਡੇ ਕੋਲ? ਕਿਹੜਾ ਤੁਹਾਡੇ ਕੋਲ ਇਸ ਤਰ੍ਹਾਂ ਦਾ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਤੁਹਾਡੀ ਡੋਜ਼ ਹੈ ਜਿਹਦੇ ਲੋਕ ਅੱਜ ਕੱਲ੍ਹ ਕਾਫੀ ਚੰਗਾ ਰਿਸਪੌਂਸ ਦੇ ਰਹੇ ਨੇ? ਸਰ ਦੇਖੋ, ਆਪਣਾ ਜਿਹੜਾ ਇਹ ਸਰੀਰ ਹੈ ਤੁਹਾਨੂੰ ਵੀ ਪਤਾ ਸਾਰੇ ਸੈੱਲਾਂ ਨਾਲ ਬਣਿਆ ਹੋਇਆ ਹੈ, ਲੇਕਿਨ ਉਹਦੇ ਵਿੱਚ ਜਦੋਂ ਬੰਦਾ ਨਸ਼ਾ ਕਰਦਾ ਹੈ ਤਾਂ ਜਿਹੜੇ ਆਪਣੇ ਸੈੱਲ ਨੇ ਉਹ ਬੋਡੀ ਦੇ ਵਿੱਚ ਡੀਐਕਟੀਵੇਟ ਹੋਣੇ ਸ਼ੁਰੂ ਹੋ ਜਾਂਦੇ ਆ, ਔਰ ਉਹ ਐਕਟੀਵੇਟ ਕਦੋਂ ਹੁੰਦੇ ਆ? ਜਦੋਂ ਬੰਦਾ ਫੇਰ ਨਸ਼ਾ ਕਰਦਾ ਹੈ। ਇਸੀ ਵਜ੍ਹਾ ਕਰਕੇ ਬੰਦਾ ਉਹਨਾਂ ਚੀਜ਼ਾਂ ਦਾ ਆਦੀ ਹੋ ਜਾਂਦਾ ਨਸ਼ੇ ਦਾ, ਕਿਉਂਕਿ ਜਦੋਂ ਨਸ਼ਾ ਕਰਦਾ ਹੈ ਉਹਦਾ ਸਰੀਰ ਖੜਾ ਹੋ ਜਾਂਦਾ ਹੈ, ਕਿਉਂਕਿ ਸੈੱਲ ਐਕਟੀਵੇਟ ਹੋ ਜਾਂਦੇ ਆ। ਜਦੋਂ ਉਹਦਾ ਨਸ਼ੇ ਦੀ ਅਵਧੀ ਖਤਮ ਹੋ ਜਾਂਦੀ ਹੈ ਜਾਂ ਉਹਦੇ ਨਸ਼ੇ ਦਾ ਜਿਹੜਾ ਅਸਰ ਹੈ ਉਹ ਬੋਡੀ ਤੇ ਖਤਮ ਹੋ ਜਾਂਦਾ ਹੈ, ਤਾਂ ਉਹ ਸੈੱਲ ਫੇਰ ਡੀਐਕਟੀਵੇਟ ਹੋ ਜਾਂਦੇ, ਜਿਹਦੇ ਕਰਕੇ ਉਹ ਫੇਰ ਮੰਜੇ ਤੇ ਪੈ ਜਾਂਦਾ ਹੈ। ਅਸੀਂ ਇਹਦੇ ਵਿੱਚ 15-20 ਤਰ੍ਹਾਂ ਦੀਆਂ ਅਸੀਂ ਜੜੀਆਂ ਬੂਟੀਆਂ ਇਸਤੇਮਾਲ ਕਰਕੇ ਤੇ ਉਹਨਾਂ ਨੂੰ ਅਸੀਂ ਪੇਸ਼ੈਂਟ ਨੂੰ ਦਿੰਦੇ ਹਾਂ, ਔਰ ਪਹਿਲੇ ਦਿਨ ਤੋਂ ਹੀ ਅਸੀਂ ਉਹਦੇ ਵਿੱਚ ਬੰਦੇ ਨੂੰ ਤੋੜ ਖਤਮ ਕਰ ਦਿੰਦੇ ਹਾਂ ਜੀ। 15 ਦਿਨਾਂ ਬਾਅਦ ਤੁਸੀਂ ਪੇਸ਼ੈਂਟ ਦਾ ਡੋਪ ਟੈਸਟ ਕਰਾ ਦਿਓ, ਜਾਂ ਤੁਸੀਂ ਸਾਡੀ ਦਵਾਈ ਖੁਦ ਵੀ ਕਿਸੇ ਲੈਬੋਰਟਰੀ 'ਚ ਜਾ ਕੇ ਉਹਨੂੰ ਚੈੱਕ ਕਰਾ ਸਕਦੇ ਹੋ ਵੀ ਇਸ ਸਾਡੀ ਦਵਾਈਆਂ ਦੇ ਅੰਦਰ ਕਿਸੇ ਤਰ੍ਹਾਂ ਦਾ ਕੋਈ ਮੈਡੀਕਲ ਨਸ਼ਾ ਤਾਂ ਨਹੀਂ ਹੈ। ਔਰ ਸੈਕੰਡਲੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇ ਸਾਡੀ ਦਵਾਈ 'ਚ ਕੋਈ ਵੀ ਨਸ਼ਾ ਹੋਊਗਾ, ਜਿਵੇਂ ਹੁਣ ਅਸੀਂ 2 ਤੋਂ 2.5 ਮਹੀਨੇ ਦੇ ਬਾਅਦ ਪੇਸ਼ੈਂਟ ਨੂੰ ਅਸੀਂ ਆਪਣਾ ਕੋਰਸ ਬੰਦ ਕਰਾ ਦਿੰਦੇ ਹਾਂ, ਤਾਂ ਜੇ ਸਾਡੀ ਦਵਾਈ 'ਚ ਨਸ਼ਾ ਹੋਏਗਾ ਤਾਂ ਪੇਸ਼ੈਂਟ 2 ਤੋਂ 2.5 ਮਹੀਨੇ ਬਾਅਦ ਸਾਡੀ ਦਵਾਈ ਨੂੰ ਕਿਵੇਂ ਛੱਡ ਪਾਏਗਾ, ਜਦ ਕਿ ਉਹ ਸਾਡੀ ਦਵਾਈ ਨੂੰ ਬੜੀ ਆਸਾਨੀ ਨਾਲ ਛੱਡਦਾ ਹੈ ਔਰ ਉਸ ਤੋਂ ਬਾਅਦ ਆਪਣਾ ਬਿਲਕੁਲ ਨਾਰਮਲ ਜੀਵਨ ਬਤੀਤ ਕਰਦਾ, ਜਿਵੇਂ ਕਿ ਇੱਕ ਬਿਨਾਂ ਨਸ਼ੇ ਵਾਲਾ ਬੰਦਾ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਹੈ। ਅੱਛਾ ਜੀ, ਜਦੋਂ ਨਸ਼ਾ ਛੱਡ ਦਿੰਦਾ ਇੱਕ ਨਸ਼ੇੜੀ ਡਾਕਟਰ ਸਾਹਿਬ, ਉਹਨਾਂ ਨੂੰ ਵੱਡੀ ਦਿੱਕਤ ਵਿਆਹੁਤਾ ਜ਼ਿੰਦਗੀ ਵਾਲੇ ਪਾਸੇ ਆ ਜਾਂਦੀ ਹੈ, ਤੇ ਫਿਰ ਉਹਦਾ ਕੀ ਸਾਰਥਕ ਹੱਲ ਤੁਸੀਂ ਕੱਢਿਆ ਹੈ? ਕਿਸ ਤਰੀਕੇ ਨਾਲ ਤੁਸੀਂ ਉਹਨਾਂ ਨੂੰ ਫਿਰ ਸਾਰਥਕ ਹੱਲ ਹੈਗਾ ਜਿਹੜਾ ਪੇਸ਼ ਕਰਦੇ ਹੋ ਉਹਨਾਂ ਅੱਗੇ? ਬਿਲਕੁਲ ਠੀਕ ਹੈ, ਕਿਉਂਕਿ ਐਕਚੁਅਲੀ 50 ਤੋਂ 60% ਜਿਹੜੇ ਪੇਸ਼ੈਂਟ ਨੇ ਅਸੀਂ ਦੇਖਿਆ ਉਹ ਲੱਗਦੇ ਹੀ ਇਸੀ ਵਜ੍ਹਾ ਕਰਕੇ, ਵਿਵਾਹਿਕ ਜੀਵਨ ਜਦੋਂ ਸਹੀ ਨਹੀਂ ਚੱਲਦੀ ਤਾਂ ਉਸੇ ਤਰ੍ਹਾਂ ਕਰਕੇ ਉਹ ਆਪਣੇ ਇਹਨਾਂ ਨਸ਼ਿਆਂ ਨੂੰ ਇਸਤੇਮਾਲ ਕਰਦੇ ਆ ਵੀ ਤਾਂ ਕਿ ਮੈਂ ਆਪਣੀ ਵਿਵਾਹਿਕ ਜੀਵਨ ਨੂੰ ਸਹੀ ਕਰ ਸਕਾਂ। ਔਰ ਜਦੋਂ ਉਹ ਨਸ਼ਾ ਛੱਡ ਦਿੰਦੇ ਆ ਤਾਂ ਪ੍ਰੋਬਲਮ ਤਾਂ ਉਹਨਾਂ ਨੂੰ ਆਉਂਦੀ ਹੋਈ ਹੈ, ਕਿਉਂਕਿ ਪ੍ਰੋਬਲਮ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਪਹਿਲਾਂ ਵੀ ਸੀਗੀ। ਤਾਂ ਅਸੀਂ ਇਹਦੇ ਲਈ ਆਪਣੀਆਂ ਆਯੁਰਵੈਦਿਕ ਦਵਾਈਆਂ ਰਾਹੀਂ ਹੀ ਉਹਨਾਂ ਨੂੰ, ਸਾਡਾ 3 ਤੋਂ 4 ਮਹੀਨੇ ਦਾ ਕੋਰਸ ਹੁੰਦਾ, ਉਹਨਾਂ ਨੂੰ ਪ੍ਰੋਪਰ ਉਸ ਕੋਰਸ ਦੇ ਰਾਹੀਂ ਉਹਨਾਂ ਦੀ ਜਿਹੜੀ ਵਿਵਾਹਿਕ ਜੀਵਨ 'ਚ ਉਹਨਾਂ ਨੂੰ ਜੋ ਵੀ ਸਮੱਸਿਆ ਆ ਰਹੀ ਹੁੰਦੀ ਹੈ ਉਹ ਅਸੀਂ ਬਿਲਕੁਲ ਠੀਕ ਕਰ ਦਿੰਦੇ ਹਾਂ। ਇਹ ਨਸ਼ਾ ਕਰਦੇ ਜੀ ਵਿਵਾਹਿਕ ਜਿਹੜੀ ਜ਼ਿੰਦਗੀ ਹੈਗੀ, ਵਿਆਹੁਤਾ ਜ਼ਿੰਦਗੀ ਹੈਗੀ ਹੈ, ਉਹ ਖਰਾਬ ਕਿਵੇਂ ਹੋ ਜਾਂਦੀ ਹੈ? ਇਹ ਵੀ ਸਾਡੇ ਦਰਸ਼ਕਾਂ ਨੂੰ ਸਮਝਾਓਗੇ ਤੁਸੀਂ? ਤੁਹਾਡਾ ਬਹੁਤ ਵੱਡਾ ਤਜਰਬਾ ਹੈ, ਜਦੋਂ ਇੱਕ ਨਸ਼ੇੜੀ ਲਗਾਤਾਰ ਨਸ਼ੇ ਵੱਲ ਨੂੰ ਜਾਂਦਾ ਹੈ ਤੇ ਉਹਦਾ ਅਸਰ ਹੈਗਾ ਉਹਦੀ ਵਿਆਹੁਤਾ ਜ਼ਿੰਦਗੀ ਤੇ ਹੀ ਸਭ ਤੋਂ ਪਹਿਲਾਂ ਕਿਉਂ ਪੈਂਦਾ? ਸਰ, ਵਿਵਾਹਿਤ ਜੀਵਨ ਦੇ ਉੱਤੇ ਸਭ ਤੋਂ ਪਹਿਲਾਂ, ਕਿਉਂਕਿ ਦੇਖੋ ਜਦੋਂ ਉਹ ਨਸ਼ਾ ਨਹੀਂ ਕਰ ਰਿਹਾ ਸੀਗਾ ਤਾਂ ਵੀ ਉਦੋਂ ਉਹਦੀ ਵਿਵਾਹਿਤ ਜੀਵਨ ਦੇ ਵਿੱਚ ਦਿੱਕਤ ਸੀ, ਤਾਂ ਹੀ ਤਾਂ ਉਹਨੇ ਨਸ਼ਾ ਕਰਨਾ ਸ਼ੁਰੂ ਕੀਤਾ।
ਕਿਉਂਕਿ ਉਸ ਨਸ਼ੇ ਦੇ ਨਾਲ ਕੀ ਹੁੰਦਾ ਹੈ ਕਿ ਉਹਦੀ ਬਾਡੀ ਦੇ ਵਿੱਚ ਕਿਤੇ ਨਾ ਕਿਤੇ ਬਲੱਡ ਦਾ ਸਰਕੂਲੇਸ਼ਨ ਜ਼ਿਆਦਾ ਹੋ ਜਾਂਦਾ ਹੈ। ਬਲੱਡ ਦਾ ਸਰਕੂਲੇਸ਼ਨ ਜ਼ਿਆਦਾ ਹੋਣ ਦੀ ਵਜ੍ਹਾ ਕਰਕੇ ਉਹ ਆਪਣੀ ਵਿਵਾਹਿਕ ਜੀਵਨ ਨੂੰ ਵਧੀਆ ਜਿਹੜਾ ਹੈਗਾ ਕਿ ਉਹ ਕਰ ਲੈਂਦਾ ਹੈ। ਲੇਕਿਨ ਜਦੋਂ ਉਹ ਇਸ ਚੀਜ਼ ਦਾ ਆਦੀ ਹੋ ਜਾਂਦਾ ਹੈ ਤਾਂ ਉਹ ਦਵਾਈ ਵੀ ਉਹਦੇ ਉੱਤੇ, ਜਿਹੜਾ ਨਸ਼ਾ ਵੀ ਆ ਉਹਦੇ ਉੱਤੇ ਅਸਰ ਕਰਨਾ ਘੱਟ ਕਰ ਦਿੰਦਾ ਤੇ ਜਿਹਦੇ ਕਰਕੇ ਉਹਦਾ ਬਲੱਡ ਦਾ ਸਰਕੂਲੇਸ਼ਨ ਉਨਾ ਵਧੀਆ ਨਹੀਂ ਹੁੰਦਾ ਜੋ ਸ਼ੁਰੂ 'ਚ ਦਵਾਈ ਕੰਮ ਕਰਦੀ ਹੈ, ਨਸ਼ਾ ਕੰਮ ਕਰਦਾ ਹੈ। ਤਾਂ ਉਹ ਇਸੀ ਵਜ੍ਹਾ ਕਰਕੇ ਉਹਦੇ ਜਿਹੜੇ ਹੈਗੇ ਆ ਉਹਨੂੰ ਉਹ ਦੁਬਾਰਾ ਤੋਂ ਦਿੱਕਤ ਆ ਜਾਂਦੀ ਹੈ। ਤਾਂ ਜਿਹੜੀਆਂ ਅਸੀਂ ਆਪਣੀਆਂ ਦਵਾਈਆਂ ਦਿੰਦੇ ਆ, ਇਹਨਾਂ ਦਵਾਈਆਂ ਦੇ ਨਾਲ ਬਾਡੀ ਦੇ ਵਿੱਚ ਪ੍ਰੋਪਰ ਤਰੀਕੇ ਨਾਲ ਉਹਦੇ ਤੇ ਵਰਕ ਕਰਕੇ ਉਹ ਜਿਹੜਾ ਉਹਦਾ ਬਲੱਡ ਦਾ ਫਲੋ ਹੈ ਉਹ ਪ੍ਰੋਪਰ ਹੋ ਜਾਂਦਾ ਹੈ ਤੇ ਉਹਦਾ ਜਿਹੜਾ ਅਸੀਂ ਪਾਚਨ ਤੰਤਰ ਹੈ ਉਹ ਵੀ ਅਸੀਂ ਠੀਕ ਕਰਦੇ ਹਾਂ, ਜਿਸ ਵਜ੍ਹਾ ਕਰਕੇ ਬੰਦੇ ਦੀ ਹਰ ਇੱਕ ਪ੍ਰੋਬਲਮ ਜਿਹੜੀ ਹੈਗੀ ਆ ਉਹ ਠੀਕ ਹੋ ਜਾਂਦੀ ਹੈ। ਕਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਜਿਹੜਾ ਤੋੜ ਹਟਾਉਣ ਵਾਲਾ ਕਿਹੜਾ ਨੁਸਖਾ ਤੁਹਾਡੇ ਕੋਲ? ਤੁਸੀਂ ਕਹਿ ਰਹੇ ਹੋ ਕਿ ਪਹਿਲੇ ਦਿਨ ਤੋਂ ਹੀ ਤੋੜ ਬੰਦ, ਉਹ ਕਿਹੜਾ ਨੁਸਖਾ ਜੀ ਤੁਹਾਡੇ ਕੋਲ? ਸਰ ਉਹ ਨੁਸਖਾ ਕੈਪਸੂਲਸ ਨੇ, ਉਹੀ ਅਸੀਂ ਉਹਨਾਂ ਨੂੰ ਦਿੰਦੇ ਆ। ਉਹ ਕੈਪਸੂਲ ਦੇ ਹੀ ਅਸੀਂ, ਜਿਵੇਂ ਸਾਡੇ ਕੋਲੇ ਇੱਕ ਤਰ੍ਹਾਂ ਦੇ ਇਹ ਕੈਪਸੂਲ ਨੇ ਜੀ, ਅੱਛਾ, ਇੱਕ ਸਾਡੇ ਕੋਲੇ ਆਹ ਕੈਪਸੂਲ ਨੇ। ਇਹ ਅਸੀਂ ਕੈਪਸੂਲਸ ਉਹਨਾਂ ਨੂੰ ਪਹਿਲੇ ਦਿਨ ਤੋਂ ਹੀ ਉਹਨਾਂ ਦੀ ਡੋਜ਼ ਦੇ ਅਨੁਸਾਰ, ਜੋ ਵੀ ਸਾਨੂੰ ਪੇਸ਼ੈਂਟ ਆਪਣੀ ਡੋਜ਼ ਦੱਸਦਾ ਹੈ ਵੀ ਮੇਰੀ ਇੰਨੀ ਕੁ ਡੋਜ਼ ਹੈਗੀ ਹੈ ਨਸ਼ੇ ਦੀ ਜਾਂ ਉਹਦੀ ਜਿਹੜੀ ਵੀ ਕੁਆਂਟੀਟੀ ਹੈ, ਉਹਦੇ ਹਿਸਾਬ ਨਾਲ ਅਸੀਂ ਉਹ ਦਵਾਈਆਂ ਉਹਨਾਂ ਨੂੰ ਦਿੰਦੇ ਹਾਂ ਤੇ ਪੇਸ਼ੈਂਟ ਦਾ ਪਹਿਲੇ ਦਿਨ ਤੋਂ ਤੋੜ ਨਹੀਂ ਲੱਗਦੀ ਤੇ 2 ਤੋਂ 2.5 ਮਹੀਨੇ ਬਾਅਦ ਪੇਸ਼ੈਂਟ ਪੂਰੀ ਤਰ੍ਹਾਂ ਉਹਦੀ ਬੋਡੀ ਜਿਹੜੀ ਡਿਟੌਕਸ ਹੋ ਜਾਂਦੀ ਹੈ, ਉਹਨੂੰ ਕੋਈ ਵੀ ਨਸ਼ਾ ਨਹੀਂ ਉਹਦੇ ਅੰਦਰ ਰਹਿੰਦਾ ਤੇ ਉਹ ਆਪਣਾ ਸਾਮਾਨਿਆ ਜੀਵਨ ਜਿਹੜਾ ਹੈਗਾ ਉਹ ਬਤੀਤ ਕਰਦਾ ਹੈ। ਜੀ ਜੀ, ਚਲੋ ਅਸੀਂ ਇਸ ਨੁਸਖੇ ਬਾਬਤ ਵੀ ਤੁਹਾਡੇ ਕੋਲੋਂ ਪੁੱਛਾਂਗੇ, ਪਰ ਇੱਕ ਹੋਰ ਬੜਾ ਅਹਿਮ ਸਵਾਲ ਹੈ। ਮੈਨੂੰ ਇੱਕ ਦੋ ਫੋਨ ਆਏ ਤੁਹਾਡੀ ਇੰਟਰਵਿਊ ਕਰਨ ਤੋਂ ਬਾਅਦ ਕਿ ਸਾਡੇ ਘਰਦਿਆਂ ਨੂੰ ਪਤਾ ਨਹੀਂ ਹੈ ਡਾਕਟਰ ਸਾਹਿਬ ਕਿ ਅਸੀਂ ਕੋਈ ਨਸ਼ਾ ਕਰਦੇ ਹਾਂ ਜਾਂ ਕੋਈ ਚਿੱਟਾ ਲਗਾਉਂਦਾ ਹੈ, ਕੋਈ ਭੁੱਕੀ ਹੈ, ਕੋਈ ਫੀਮ ਹੈ, ਕੋਈ ਗਾਂਜਾ ਹੈ, ਇੱਦਾਂ ਦੇ ਜਿਹੜੇ ਕੋਈ ਸੁੱਖਾ ਵੀ ਲਾਉਂਦੇ ਨੇ। ਅੱਜ ਕੱਲ੍ਹ ਮੌਸਮ ਜਾ ਰਿਹਾ ਸੁੱਖੇ ਵਾਲਾ ਵੀ, ਤੇ ਫਿਰ ਉਹਨਾਂ ਦਾ ਕੀ ਹੱਲ ਹੈ? ਪ੍ਰਾਈਵੇਸੀ ਦਾ ਤੁਸੀਂ ਕਿਵੇਂ ਖਿਆਲ ਰੱਖਦੇ ਹੋ, ਜਾਂ ਜਿਹੜੇ ਇੱਥੇ ਤੱਕ ਤੁਹਾਡੇ ਤੱਕ ਪਟਿਆਲੇ ਤੱਕ ਨਹੀਂ ਪਹੁੰਚ ਸਕਦੇ ਉਹਨਾਂ ਤੱਕ ਕੀ ਇੰਤਜ਼ਾਮ ਹੈਗਾ ਆਪਣਾ ਫਾਰਮੂਲਾ, ਆਪਣਾ ਨੁਸਖਾ ਪਹੁੰਚਾਉਣ ਦਾ, ਜਿਹੜਾ ਇਹ ਪਹਿਲੇ ਦਿਨ ਤੋਂ ਹੀ ਤੁਸੀਂ ਤੋੜ ਖਤਮ ਕਰਨ ਵਾਲਾ ਨੁਸਖਾ ਕਹਿ ਰਹੇ ਹੋ? ਸਰ ਸਾਡੇ ਕੋਲੇ ਕਈ ਪੇਸ਼ੈਂਟ ਨੇ, ਜਿਵੇਂ ਦੂਰੋਂ ਵੀ ਸਾਡੇ ਕੋਲੇ ਦੇਸ਼ ਵਿਦੇਸ਼ 'ਚ ਵੀ ਦਵਾਈ ਜਾਂਦੀ ਹੈ, ਉਹ ਤਾਂ ਅਸੀਂ ਬਾਈ ਕੋਰੀਅਰ ਭੇਜਦੇ ਹੈਗੇ ਆ। ਇਸੇ ਤਰ੍ਹਾਂ ਸਾਡੇ ਕੋਲੇ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ, ਪੰਜਾਬ ਦੇ ਵਿੱਚ ਤਾਂ ਅਸੀਂ ਇਸ ਤਰ੍ਹਾਂ ਹੈਗਾ ਵੀ ਸਾਡੇ ਕੋਲੇ 3-4 ਸਾਡੇ ਕੋਲੇ ਮੁੰਡਿਆਂ ਦੀ ਸਾਡੀ ਇੱਕ ਟੀਮ ਹੈਗੀ ਹੈ। ਜੇ ਸਾਨੂੰ ਪੇਸ਼ੈਂਟ ਆਪਣਾ ਦੱਸਦਾ ਵੀ ਕੋਈ ਮੋਗੇ ਦਾ, ਕੋਈ ਅੰਮ੍ਰਿਤਸਰ ਦਾ, ਲੁਧਿਆਣੇ ਦਾ, ਤਾਂ ਅਸੀਂ ਉਹਨਾਂ ਨੂੰ ਉੱਥੇ ਬੱਸ ਸਟੈਂਡ ਤੇ ਜਾ ਕੇ ਸਾਡਾ ਮੁੰਡਾ ਉਹਨਾਂ ਨੂੰ ਬਾਈ ਹੈਂਡ ਦੇ ਆਉਂਦਾ। ਹਾਂਜੀ, ਤੇ ਉਹ ਸਾਨੂੰ ਆਪਣਾ ਜਿਹੜਾ ਵੀ ਫ਼ੋਨ ਨੰਬਰ ਦੱਸਦੇ ਆ, ਸਾਡਾ ਮੁੰਡਾ ਉੱਥੇ ਫ਼ੋਨ ਤੇ ਜਾ ਕੇ ਉਹਨਾਂ ਨੂੰ ਦੱਸ ਦਿੰਦਾ ਵੀ ਜੀ ਮੈਂ ਆ ਗਿਆ, ਪੇਸ਼ੈਂਟ ਆਂਦਾ ਦਵਾਈ ਲੈਂਦਾ ਤੇ ਉੱਥੇ ਉਹਨਾਂ ਦੀ ਪੇਮੈਂਟ ਉੱਥੇ ਹੀ ਕਰ ਦਿੰਦਾ ਹੈਗਾ। ਅੱਛਾ, ਮਤਲਬ ਪ੍ਰਾਈਵੇਸੀ ਦਾ ਪੂਰਾ ਖਿਆਲ ਹੈ? ਸਰ ਪ੍ਰਾਈਵੇਸੀ ਦਾ ਤਾਂ ਜੀ ਪੂਰੀ ਤਰ੍ਹਾਂ ਧਿਆਨ ਰੱਖ। ਕਈ ਵਾਰ ਕੋਰੀਅਰ ਜਦੋਂ ਘਰੇ ਚਲਿਆ ਜਾਂਦਾ, ਘਰ ਜਾਣ ਤੋਂ ਬਾਅਦ ਵੈਰੀਫਿਕੇਸ਼ਨ ਹੋਣ ਲੱਗ ਜਾਂਦੀ ਹੈ ਕਿ ਯਾਰ ਇਹ ਕਿਹਨੇ ਮੰਗਾਇਆ, ਕਿਸ ਤਰ੍ਹਾਂ ਹੈ, ਕਿਵੇਂ ਹੈ? ਦੇਖੋ ਸਰ, ਕੋਰੀਅਰ ਵਾਲੀ ਗੱਲ ਤਾਂ ਇਹ ਹੈਗੀ ਕਿ ਕਿਤੇ ਨਾ ਕਿਤੇ ਜਿਹੜਾ ਬੰਦਾ ਕੋਰੀਅਰ ਮੰਗਾਉਂਦਾ ਉਹ ਤਾਂ ਸਾਰੇ ਘਰਦਿਆਂ ਦੀ ਸਹਿਮਤੀ ਦੇ ਨਾਲ ਹੀ ਉਹ ਮੰਗਾਉਂਦਾ ਹੈਗਾ। ਇਸ ਕਰਕੇ ਕੋਰੀਅਰ ਜਿਹੜਾ ਵੀ ਰਿਸੀਵ ਕਰੇ ਉਸ ਨੂੰ ਪਤਾ ਹੀ ਹੁੰਦਾ ਹੈ, ਕਿਉਂਕਿ ਸਾਡਾ ਕੋਰੀਅਰ ਦੇ ਉੱਤੇ ਆਨੰਦ ਦਵਾਖਾਨਾ ਦਾ ਨਾਮ ਲਿਖਿਆ ਵਾ ਹੁੰਦਾ ਹੈ, ਤਾਂ ਉਹ ਤਾਂ ਪੇਸ਼ੈਂਟ ਦੇ ਘਰੇ ਪਤਾ ਹੀ ਹੁੰਦਾ ਹੈ ਵੀ ਜੀ ਅਸੀਂ ਦਵਾਈ ਇਹ ਇਸ ਤਰ੍ਹਾਂ ਕਰਕੇ ਮੰਗਵਾਈ ਹੈ। ਬਾਕੀ ਦੂਸਰੀ ਗੱਲ ਇਹ ਹੈ ਵੀ ਅਸੀਂ ਆਪਣੀ, ਜਿਵੇਂ ਹੁਣ ਤੁਸੀਂ ਮੇਰੇ ਨਾਲ ਇੰਟਰਵਿਊ ਕਰ ਰਹੇ ਹੋ, ਤਾਂ ਅਸੀਂ ਕਿਸੇ ਵੀ ਇੰਟਰਵਿਊ ਦੇ ਵਿੱਚ ਜਾਂ ਕਿਸੇ ਵੀ ਤਰ੍ਹਾਂ ਅਸੀਂ ਆਪਣੇ ਪੇਸ਼ੈਂਟ ਦੀ ਜਿਹੜੀ ਗੋਪਨੀਯਤਾ ਹੈ ਉਹ ਅਸੀਂ ਨਹੀਂ ਕਿਸੇ ਨੂੰ ਵੀ ਦੱਸਦੇ ਹੈਗੇ। ਹੁਣ ਸਾਡੇ ਕੋਲੇ ਕਈ ਵਾਰ ਪੇਸ਼ੈਂਟ ਦਾ ਫੋਨ ਆ ਜਾਂਦਾ ਜੀ ਵੀ ਡਾਕਟਰ ਸਾਹਿਬ ਤੁਸੀਂ ਸਾਡੇ ਏਰੀਏ ਦੇ ਵਿੱਚ ਜਿਹਦਾ ਕਿਸੇ ਦਾ ਨਸ਼ਾ ਛਡਾਇਆ ਸਾਨੂੰ ਉਹਦਾ ਨੰਬਰ ਦਿਓ, ਅਸੀਂ ਉਹਨਾਂ ਨਾਲ ਗੱਲ ਕਰਨੀ ਹੈ। ਤਾਂ ਅਸੀਂ ਉਹਨਾਂ ਦਾ ਨੰਬਰ ਅਸੀਂ ਕਿਸੇ ਨੂੰ ਵੀ ਪੇਸ਼ੈਂਟ ਦਾ ਡਿਸਕਲੋਜ਼ ਨਹੀਂ ਕਰਦੇ, ਕਿਉਂਕਿ ਸਭ ਦੀ ਗੋਪਨੀਯਤਾ ਬਣੀ ਹੋਈ ਹੈ। ਇਸ ਕਰਕੇ ਇਸ ਚੀਜ਼ ਦਾ ਤਾਂ ਅਸੀਂ ਬਹੁਤ ਹੀ ਧਿਆਨ ਰੱਖਦੇ ਹਾਂ ਵੀ ਕਿਸੇ ਦਾ ਨਾਮ ਤੇ ਨੰਬਰ ਉਹਨੂੰ ਨਾ ਦੱਸਿਆ ਜਾਵੇ। ਜੀ ਜੀ ਜੀ। ਅੱਛਾ, ਤੇ ਫਿਰ ਹੁਣ ਇਹ ਜਿਹੜਾ ਨੁਸਖਾ ਹੈਗਾ ਜੀ, ਇਹ ਨੁਸਖਾ ਕਿਵੇਂ ਇਸਤੇਮਾਲ ਕਰਨਾ ਹੈ? ਔਰ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਇਹ ਬੇਲਗਿਰੀ ਹੈਗੀ ਹੈ, ਇਹ ਬੇਲਗਿਰੀ ਤੁਸੀਂ ਕਿਉਂ ਇਸਤੇਮਾਲ ਕੀਤੀ? ਬੇਲਗਿਰੀ ਦਾ ਇੰਨਾ ਜ਼ਿਆਦਾ ਤੁਸੀਂ ਕਹਿੰਦੇ ਹੋ ਕਿ ਬੜੀ ਅੰਮ੍ਰਿਤ ਫਲ ਹੈਗਾ ਇਹ, ਤੁਸੀਂ ਕਹਿ ਰਹੇ ਸੀ, ਦੱਸ ਰਹੇ ਸੀ। ਸਰ ਦੇਖੋ, ਇੱਕ ਆਪਣੀ ਹਿੰਦੂ ਮਾਨਤਾ ਦੇ ਅਨੁਸਾਰ ਤੁਸੀਂ ਇਹ ਦੇਖੋ ਵੀ ਜਿਹੜਾ ਬੇਲਗਿਰੀ ਦਾ ਹੈ ਉਹ ਕਿੰਨਾ ਮਹੱਤਵ ਹੈ। ਆਪਾਂ ਮੰਦਿਰ ਜਾਂਦੇ ਹਾਂ, ਮੰਦਿਰ ਦੇ ਵਿੱਚ ਆਪਾਂ ਸਵੇਰੇ ਸ਼ਿਵ ਜੀ ਨੂੰ, ਭੋਲੇਨਾਥ ਨੂੰ ਆਪਾਂ ਬੇਲ ਅਰਪਿਤ ਕਰਦੇ ਹਾਂ, ਤਾਂ ਜੇ ਉਹ ਚੀਜ਼ ਸ਼ੁੱਧ ਹੈ ਤਾਂ ਹੀ ਆਪਾਂ ਉਹਨਾਂ ਨੂੰ ਅਰਪਿਤ ਕਰਦੇ ਹਾਂ ਨਾ ਜੀ। ਤਾਂ ਜਦੋਂ ਉਹ ਚੀਜ਼ ਸ਼ੁੱਧ ਹੈ ਤਾਂ ਉਸ ਚੀਜ਼ ਦੇ ਕਿੰਨੇ ਕੁ ਫਾਇਦੇ ਹੋਣਗੇ? ਬਹੁਤ ਫਾਇਦੇ ਹੋਣਗੇ ਨਾ। ਤਾਂ ਉਹ ਚੀਜ਼ ਦੇ ਮੁਤਾਬਿਕ ਹੀ, ਲੇਕਿਨ ਲੋਕਾਂ ਨੂੰ ਨਹੀਂ ਪਤਾ ਵੀ ਉਹਨਾਂ ਚੀਜ਼ ਦੇ, ਉਹਨਾਂ ਨੂੰ ਤਾਂ ਬਸ ਇਹ ਪਤਾ ਹੈ ਵੀ ਬਿੱਲ ਤੋੜਿਆ, ਸ਼ਿਵਲਿੰਗ ਤੇ ਅਰਪਿਤ ਕੀਤਾ, ਪਰ ਬਟ ਉਹਨਾਂ ਦੇ ਆਪਣੀ ਬਾਡੀ ਦੇ ਉੱਤੇ ਕਿੰਨੇ ਕੁ ਫਾਇਦੇ ਹੈ ਇਹ ਕਈ ਲੋਕਾਂ ਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਹੈਗੀ ਹੈ। ਤਾਂ ਇਸੀ ਵਜ੍ਹਾ ਕਰਕੇ ਆਪਾਂ ਇਸ ਚੀਜ਼ ਨੂੰ ਅੱਜ ਲੋਕਾਂ ਦੇ ਸਾਹਮਣੇ ਰੱਖ ਰਹੇ ਹਾਂ ਵੀ ਤਾਂ ਕਿ ਉਹਨਾਂ ਨੂੰ ਇਸ ਚੀਜ਼ ਦੇ ਮਹੱਤਵ ਪਤਾ ਲੱਗਣ ਵੀ ਬਿੱਲ ਪੱਤਰ ਜਦੋਂ ਭੋਲੇਨਾਥ ਨੂੰ ਦੇ ਰਹੇ ਹੈ ਤਾਂ ਉਹ ਆਪਣੇ ਵਾਸਤੇ ਵੀ, ਆਪਣੇ ਸਰੀਰ ਵਾਸਤੇ ਵੀ ਕਿੰਨਾ ਕੁ ਜ਼ਿਆਦਾ ਲਾਭਕਾਰੀ ਹੈ। ਅੱਛਾ, ਤੇ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਮੁਰੱਬਾ ਹੈਗਾ
ਮੁਰੱਬਾ ਜਿਹੜਾ ਬੰਦਾ ਖਾਣ ਲੱਗ ਗਿਆ ਉਹ ਸਭ ਤਰ੍ਹਾਂ ਦੇ ਨਸ਼ੇ ਭੁੱਲ ਜਾਏਗਾ। ਬਿਲਕੁਲ ਭੁੱਲ ਜਾਏਗਾ ਜੀ। ਬਹੁਤ ਵੱਡੀ ਗੱਲ ਹੈ। ਬਿਲਕੁਲ ਸਰ, ਅਸੀਂ ਦੇਖੋ ਕੈਮਰੇ ਤੇ ਬੋਲ ਰਹੇ ਹੋ ਤੁਸੀਂ ਕਹਿ ਰਹੇ ਹੋ ਕਿ ਮੁਰੱਬਾ ਇਹਦਾ ਬੇਲਗਿਰੀ ਦਾ ਮੁਰੱਬਾ ਹੈ ਜਿਹੜਾ ਉਹ ਜ਼ਿੰਦਗੀਆਂ ਬਦਲ ਸਕਦਾ ਹੈ। ਉਹ ਘਰੇ ਜਿਹੜੇ ਉਜਾੜੇ ਪਏ ਹੋਏ ਨੇ, ਉਜਾੜੇ ਜਿਹੜੇ ਉਹ ਵਾਸਿਆਂ ਦੇ ਵਿੱਚ ਚੇਂਜ ਕਰ ਸਕਦਾ, ਤਬਦੀਲ ਕਰ ਸਕਦਾ, ਘਰ ਵਸਾ ਸਕਦਾ। ਫਾਰੂਕੀ ਸਾਹਿਬ ਦੇਖੋ, ਅਸੀਂ ਸ਼ੁਰੂ ਤੋਂ ਇਹੀ ਗੱਲ ਕਹਿ ਰਹੇ ਹਾਂ ਵੀ ਜਿਹੜੇ ਵੀ ਅਸੀਂ ਨੁਸਖੇ ਦੱਸਦੇ ਹਾਂ, ਠੀਕ ਹੈ ਜੀ, ਇਹਨਾਂ ਨੂੰ ਆਪਾਂ ਜਦੋਂ ਅਪਲਾਈ ਕਰਦੇ ਹਾਂ ਤਾਂ ਇਹ ਆਪਣੇ ਸਰੀਰ ਦੇ ਉੱਤੇ ਬਹੁਤ ਜ਼ਿਆਦਾ ਲਾਭਕਾਰੀ ਸਿੱਧ ਹੋ ਸਕਦੇ ਨੇ। ਲੇਕਿਨ ਜੇ ਤੁਸੀਂ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਇਸਤੇਮਾਲ ਕਰਦੇ ਹੋ, ਹੁਣ ਤੁਸੀਂ ਅੱਜ ਮੁਰੱਬਾ ਸ਼ੁਰੂ ਕਰ ਲਿਆ, ਅੱਜ ਖਾ ਲੇ, 2 ਦਿਨ ਖਾ ਲਿਆ, ਫੇਰ ਭੁੱਲ ਗਏ, ਨਹੀਂ ਖਾਇਆ, ਤਾਂ ਉਸ ਤਰੀਕੇ ਨਾਲ ਕਈ ਵਾਰ ਜਿਹੜੇ ਇਹਨਾਂ ਦੇ ਰਿਜ਼ਲਟ ਹੈ ਉਹ ਥੋੜੇ ਬਹੁਤੇ ਉੱਪਰ ਥੱਲੇ ਹੋ ਜਾਂਦੇ ਨੇ। ਬਟ ਜੇ ਤੁਸੀਂ ਇਹਨਾਂ ਨੂੰ ਬਿਲਕੁਲ ਸਹੀ ਤਰੀਕੇ ਨਾਲ ਜਾਂ ਸਹੀ ਕੁਆਂਟੀਟੀ ਦੇ ਨਾਲ ਇਸਤੇਮਾਲ ਕਰਦੇ ਹੋ ਤਾਂ ਤੁਹਾਨੂੰ ਬਹੁਤ ਹੀ ਜ਼ਿਆਦਾ ਇਹਦੇ ਵਧੀਆ ਜਿਹੜੇ ਹੈਗੇ ਆ ਉਹ ਲੱਛਣ ਦਿਖਦੇ ਨੇ ਤੁਹਾਡੀ ਜ਼ਿੰਦਗੀ ਦੇ ਵਿੱਚ। ਜੀ। ਅੱਛਾ, ਚਲੋ ਤੁਸੀਂ ਦੱਸ ਰਹੇ ਸੀ ਕਿ ਜਿਹੜਾ ਇਹ ਚੂਰਨ ਹੈਗਾ ਬੇਲਗਿਰੀ ਦਾ, ਇਹਨੂੰ ਬਣਾਉਣਾ, ਫਿਰ ਇਹ ਬਣਾਉਣਾ ਕਿਵੇਂ ਹੈ ਜੀ, ਸਾਨੂੰ ਇਹ ਵੀ ਦੱਸ ਦਿਓ। ਸਰ ਬਿਲਕੁਲ ਜੀ, ਦੇਖੋ ਇਹ ਆਪਾਂ ਨੇ ਬੇਲਗਿਰੀ ਦਾ ਹੈਗਾ, ਇਹ ਤੁਹਾਨੂੰ ਬਾਜ਼ਾਰ ਦੇ ਵਿੱਚ ਪੰਸਾਰੀ ਦੀ ਦੁਕਾਨ ਤੋਂ ਤੁਸੀਂ ਉਹਨਾਂ ਨੂੰ ਬੇਲਗਿਰੀ ਦੀ ਜਦੋਂ ਕਹੋਗੇ ਵੀ ਸਾਨੂੰ ਬੇਲਗਿਰੀ ਦੇ ਦਿਓ, ਤੁਹਾਨੂੰ ਇਸ ਤਰ੍ਹਾਂ ਦੀਆਂ ਜਿਹੜੀ ਹੈਗੀ ਆ ਬੇਲਗਿਰੀ ਉਹ ਦੇਣਗੇ। ਇਸ ਨੂੰ ਤੁਸੀਂ ਕੀ ਕਰਨਾ ਹੈ, ਵੈਸੇ ਤਾਂ ਤੁਹਾਨੂੰ ਇਹ ਬਾਜ਼ਾਰ ਦੇ ਵਿੱਚੋਂ ਅੱਧ ਸੁੱਕੀ ਜੀ ਮਿਲੇਗੀ। ਇਸ ਨੂੰ ਤੁਸੀਂ ਧੁੱਪ ਦੇ ਵਿੱਚ 2 ਜਾਂ 4 ਦਿਨ, ਜਦੋਂ ਵਧੀਆ ਧੁੱਪ ਹੋਵੇ ਤਾਂ ਇਹਨੂੰ ਤੁਸੀਂ ਸੁਕਾ ਲੈਣਾ ਹੈ। ਸੁਕਾਉਣ ਤੋਂ ਬਾਅਦ ਇਹਨੂੰ ਤੁਸੀਂ ਗ੍ਰਾਈਂਡਰ 'ਚ ਪੀਸ ਲਓ, ਠੀਕ ਹੈ ਜੀ। ਇਹਨੂੰ ਮਿਕਸੀ 'ਚ ਨਹੀਂ ਪੀਸਣਾ, ਇਸ ਨੂੰ ਜਿਹੜਾ ਘੁੰਮਣ ਵਾਲਾ ਜਿਵੇਂ ਗ੍ਰਾਈਂਡਰ ਹੁੰਦਾ, ਚਾਹੇ ਤੁਸੀਂ ਬਾਜ਼ਾਰ 'ਚੋਂ ਪਸਵਾ ਲਓ, ਜੇ ਥੋੜੀ ਜ਼ਿਆਦਾ ਕੁਆਂਟੀਟੀ ਦੇ ਨਾਲ ਬਣਾਉਣਾ ਹੈਗਾ ਤਾਂ ਇਹਨੂੰ ਤੁਸੀਂ ਉਸ ਤਰ੍ਹਾਂ ਪਸਵਾ ਲਓ। ਪਸਵਾਉਣ ਤੋਂ ਬਾਅਦ ਇਸ ਨੂੰ ਤੁਸੀਂ ਛਾਣ ਲਓ ਤਾਂ ਕਿ ਇਹਦੇ ਵਿੱਚੋਂ ਜਿਹੜਾ ਕੋਈ ਮੋਟਾ ਮਟੀਰੀਅਲ ਹੈ ਉਹ ਅਲੱਗ ਹੋ ਸਕੇ। ਜਦੋਂ ਤੁਹਾਡੇ ਕੋਲੇ ਛਾਣਨ ਤੋਂ ਬਾਅਦ ਜਿਹੜਾ ਮਟੀਰੀਅਲ ਬਚ ਗਿਆ ਉਹ ਇਸ ਤਰ੍ਹਾਂ ਦਾ ਹੋਏਗਾ ਜੀ, ਠੀਕ ਹੈ ਜੀ, ਇਸ ਤਰ੍ਹਾਂ ਦਾ ਇਹ ਰੰਗਤ ਹੋ ਜਾਏਗੀ। ਇਸ ਨੂੰ ਤੁਸੀਂ ਸਟੋਰ ਕਰਨ ਲਈ ਆਪਣਾ ਕਿਸੇ 에ਅਰ ਟਾਈਟ ਕੰਟੇਨਰ ਦੇ ਵਿੱਚ ਇਹਨੂੰ ਬੰਦ ਕਰਕੇ ਰੱਖਣਾ ਵੀ ਤਾਂ ਕਿ ਇਹਨੂੰ ਨਮੀ ਨਾ ਲੱਗੇ। ਔਰ ਇਸ ਨੂੰ ਤੁਸੀਂ ਇਸਤੇਮਾਲ ਕਿਵੇਂ ਕਰਨਾ ਹੈ, ਇਸ ਨੂੰ ਤੁਸੀਂ 1 ਚਮਚ, ਜਿਵੇਂ ਆਹ ਛੋਟਾ ਟੀਸਪੂਨ ਹੋ ਗਿਆ, ਇਸ ਨੂੰ ਤੁਸੀਂ ਸਵੇਰੇ ਸ਼ਾਮ ਰੋਟੀ ਤੋਂ ਬਾਅਦ ਪਾਣੀ ਦੇ ਵਿੱਚ ਇਸ ਨੂੰ ਘੋਲ ਕੇ, ਜਾਂ ਪਾਣੀ ਪਹਿਲਾਂ ਮੂੰਹ 'ਚ ਫੱਕਾ ਪਾ ਕੇ ਉੱਪਰੋਂ ਦੀ ਪਾਣੀ ਵੀ ਪੀ ਸਕਦੇ ਹੋ, ਜਾਂ ਤੁਸੀਂ ਇਸ ਨੂੰ ਚਾਹ ਦੀ ਤਰ੍ਹਾਂ ਦੀ ਵੀ ਪੀ ਸਕਦੇ ਹੋ, ਵੀ ਆਪਣਾ ਪਾਣੀ ਦੇ ਵਿੱਚ ਇਹਨੂੰ ਪਾਇਆ ਤੇ ਚਾਹ ਦੀ ਤਰ੍ਹਾਂ ਉਬਾਲਿਆ, ਜਿਵੇਂ ਹਾਂਜੀ ਹਾਂ, ਚਾਹ ਦੀ ਤਰ੍ਹਾਂ ਇਹਨੂੰ ਵਿੱਚ ਪਾਤਾ। ਜਦੋਂ ਚਾਹ ਉਬਲ ਜਾਂਦੀ ਹੈ, ਪਾਣੀ ਉਬਲ ਗਿਆ, ਤਾਂ ਇਸ ਨੂੰ ਤੁਸੀਂ ਪੌਣੀ ਦੇ ਵਿੱਚੋਂ ਆਪਣਾ ਛਾਣ ਕੇ ਚਾਹ ਦੇ ਵਾਂਗੂ ਵੀ ਪੀ ਸਕਦੇ ਹੋ, ਉਵੇਂ ਵੀ ਤੁਹਾਨੂੰ ਇਹ ਕੰਮ ਕਰੇਗਾ। ਇਸ ਦਾ ਮੇਨ ਮਕਸਦ ਕੀ ਹੈ ਕਿ ਤੁਹਾਡੇ ਪੰਚ ਤੰਤਰ ਨੂੰ ਮਜ਼ਬੂਤ ਕਰੇਗਾ, ਤੁਹਾਡੀ ਬਾਡੀ ਦੇ। ਤੁਸੀਂ ਪੇਟ ਦੀ ਧੜਕਣ ਕਹਿ ਰਹੇ ਸੀ, ਸੈੱਟ ਕਰ ਦੋ। ਬਿਲਕੁਲ ਬਿਲਕੁਲ। ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਜਿਵੇਂ ਤੁਸੀਂ ਵੀ ਕਹਿ ਰਹੇ ਹੋ ਵੀ ਸਾਡੇ ਕੋਲੇ ਵੀ ਕਈ ਫੋਨ ਆਏ, ਈਮੇਲਸ ਆਈਆਂ ਵੀ ਜਿਨ੍ਹਾਂ ਨੂੰ ਲੂਜ਼ ਮੋਸ਼ਨ ਲੱਗ ਗਏ ਜਾਂ ਕਈਆਂ ਨੂੰ ਕਬਜ਼ ਹੋ ਗਈ, ਤਾਂ ਇਹਨੇ ਤੁਹਾਡੀ ਬਾਡੀ ਨੂੰ ਬੈਲੈਂਸ ਕਰ ਦੇਣਾ ਹੈ। ਉਹਦੇ ਨਾਲ ਤੁਹਾਡਾ ਕੀ ਹੋਏਗਾ, ਫਿਰ ਦਰਦਾਂ ਦਾ ਕੀ ਬਣੂਗਾ? ਉਹ ਬਹੁਤ ਸਾਰੇ ਕਹਿੰਦੇ ਸਾਡੇ ਦਰਦਾਂ ਬੜੀਆਂ ਹੋ ਰਹੀਆਂ ਨੇ ਜੀ। ਸਰ ਦਰਦਾਂ ਵਾਸਤੇ ਤਾਂ ਆਪਾਂ ਨੇ ਉਹ ਨੁਸਖਾ ਜਿਹੜਾ ਪਹਿਲਾਂ ਉਹ ਵੀ ਦਿੱਤਾ ਹੀ ਹੋਇਆ, ਜਿਹੜਾ ਆਪਾਂ ਕਲੌਂਜੀ ਵਾਲਾ ਵੀ ਦਿੱਤਾ ਹੈ, ਮੇਥੀ ਵਾਲਾ ਵੀ ਦਿੱਤਾ ਹੈ, ਉਹ ਵੀ ਤੁਸੀਂ ਨਾਲ ਇਸਤੇਮਾਲ ਕਰ ਸਕਦੇ ਹੋ ਤੁਸੀਂ। ਤੇ ਇਹ ਨੁਸਖੇ ਦੇ ਨਾਲ ਜਿਹੜੀ ਤੁਹਾਨੂੰ ਕੋਈ ਦਸਤ ਲੱਗ ਗਏ, ਜਾਂ ਤੁਹਾਨੂੰ ਕੋਈ ਉਲਟੀਆਂ ਲੱਗ ਗਈਆਂ, ਜਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਬਾਡੀ ਦੇ ਵਿੱਚ ਜਾਂ ਘਬਰਾਹਟ ਬੇਚੈਨੀ ਹੋ ਰਹੀ ਹੈ, ਹੁਣ ਕਈਆਂ ਨੂੰ ਕੀ ਪ੍ਰੋਬਲਮ ਹੈ, ਕਈਆਂ ਨੂੰ ਦਿਲ ਦੀ ਸਮੱਸਿਆ ਹੁੰਦੀ ਹੈ, ਠੀਕ ਹੈ, ਹਾਰਟ ਪ੍ਰੋਬਲਮ ਹੈ, ਉਹਦੇ ਵਾਸਤੇ ਸਾਡਾ ਜਿਹੜਾ ਇਹ ਮੁਰੱਬਾ ਹੈ ਇਹ ਬਹੁਤ ਹੀ ਜ਼ਿਆਦਾ ਰਾਮਬਾਨ ਇਲਾਜ ਹੈ। ਤੁਸੀਂ ਸਵੇਰੇ ਖਾਲੀ ਪੇਟ ਇਹਨੂੰ ਖਾਓ, ਤੁਹਾਡੀ ਦਿਲ ਦੀ ਕਿੰਨੀ ਵੀ ਬਿਮਾਰੀ ਹੋਵੇ ਠੀਕ ਹੋਣੀ ਸ਼ੁਰੂ ਹੋ ਜਾਏਗੀ। ਇਹ ਉਸ ਚੀਜ਼ ਵਾਸਤੇ। ਲੇਕਿਨ ਇਹ ਮੁਰੱਬਾ ਉਹਨਾਂ ਲੋਕਾਂ ਵਾਸਤੇ ਹੈ ਜਿਨ੍ਹਾਂ ਨੂੰ ਸ਼ੂਗਰ ਨਹੀਂ ਹੈਗੀ। ਜਿਨ੍ਹਾਂ ਲੋਕਾਂ ਨੂੰ ਸ਼ੂਗਰ ਦੀ ਪ੍ਰੋਬਲਮ ਹੈ ਉਹ ਕਿਰਪਾ ਕਰਕੇ ਇਸ ਮੁਰੱਬੇ ਨੂੰ ਨਾ ਖਾਣ, ਕਿਉਂਕਿ ਫਿਰ ਇਹਦੇ ਵਿੱਚ ਮਿੱਠਾ ਹੁੰਦਾ ਤਾਂ ਉਹਨਾਂ ਦੀ ਸ਼ੂਗਰ ਦਾ ਜਿਹੜਾ ਲੈਵਲ ਹੈ ਉਹ ਵੱਧ ਸਕਦਾ ਹੈ। ਅੱਛਾ, ਤੇ ਜਿਨ੍ਹਾਂ ਨੇ ਨਸ਼ਾ ਛੱਡਣਾ ਫਿਰ ਉਹਦੇ ਵਾਸਤੇ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਇਹ ਵੇਲ ਪੱਥਰ ਦਾ ਮੁਰੱਬਾ ਹੈ, ਅੰਮ੍ਰਿਤ ਸਮਾਨ ਹੈ, ਉਹਨਾਂ ਨੇ ਕਿਵੇਂ ਖਾਣਾ ਫਿਰ ਇਹ ਵੀ ਦੱਸ ਦਿਓ। ਉਹਨਾਂ ਨੇ ਵੀ ਸਵੇਰੇ ਖਾਲੀ ਪੇਟ ਖਾ ਲੈਣੇ ਇਹ, ਕਿਉਂਕਿ ਜਿਹੜੀ ਕਿੰਨੀ ਕੁ ਡੋਜ਼ ਸਰ ਉਹਦੇ ਵਿੱਚੋਂ ਜਿਵੇਂ ਇਹ ਇੱਕ ਸਲਾਈਸ ਹੈਗੀ ਹੈ, ਇਸ ਨੂੰ ਸਵੇਰੇ ਖਾਲੀ ਪੇਟ ਆਪਣਾ ਚਿੱਥ ਕੇ ਖਾਣ ਪੂਰੀ ਤਰ੍ਹਾਂ ਅੱਛੀ ਤਰ੍ਹਾਂ ਚਬਾ ਕੇ, ਤੋ ਘੰਟੇ ਕੇ ਬਾਅਦ ਆਪਣਾ ਕੁਝ ਵੀ ਹੋਰ ਖਾ ਪੀ ਸਕਦੇ ਆ, ਉਹ 1 ਘੰਟੇ ਦਾ ਗੈਪ ਪਾ ਕੇ ਪੂਰਾ ਉਹਨਾਂ ਨੂੰ। ਤੋ ਆਪ ਤੁਸੀਂ ਖਾ ਕੇ ਦੇਖੋ, ਤੁਹਾਨੂੰ ਪੂਰਾ, ਨਾਲੇ ਇਹਦੇ ਹੋਰ ਵੀ ਤੁਹਾਨੂੰ ਕਈ ਸਰੀਰ ਦੇ ਵਿੱਚ ਮਹੱਤਵਪੂਰਨ ਜਿਹੜੇ ਹੈਗੇ ਆ ਉਹ ਤੁਹਾਨੂੰ ਫਾਇਦੇ ਮਿਲਣਗੇ। ਦੇਖੋ ਇਹਦਾ ਟੇਸਟ ਦੇਖੋ ਤੁਸੀਂ, ਤਾਂ ਇਹ ਚੀਜ਼ਾਂ ਤੁਸੀਂ ਘਰ ਦੇ ਵਿੱਚ ਜਿਹੜੀਆਂ ਆਪਾਂ ਲੋਕ ਕੀ ਕਰਦੇ ਆ, ਕੋਈ ਵੀ ਬਿਮਾਰ ਹੋਏ ਆਪਾਂ ਡਾਕਟਰ ਕੋਲੇ ਭੱਜਦੇ ਆ ਦਵਾਈ ਲੈਣ ਵਾਸਤੇ, ਜਦ ਕਿ ਇਹ ਚੀਜ਼ਾਂ ਦੇ ਨਾਲ ਤੁਸੀਂ ਇੱਕ ਕੁਦਰਤੀ ਤੌਰ ਤੇ ਰੋਗਾਂ ਤੋਂ ਨਿਜਾਤ ਪਾ ਸਕਦੇ ਹੋ। ਟੇਸਟ ਤਾਂ ਬੜਾ ਲਾਜਵਾਬ ਟੇਸਟ ਹੈ ਜੀ ਮੁਰੱਬੇ ਦਾ ਵੀ। ਬਿਲਕੁਲ, ਇਹ ਤੁਹਾਨੂੰ ਐਂ ਹੀ ਲੱਗਦਾ ਹੋਊਗਾ ਜਿਵੇਂ ਤੁਸੀਂ ਸੇਬ ਦਾ ਮੁਰੱਬਾ, ਜਿਵੇਂ ਤੁਸੀਂ ਕਿਹਾ ਸੀ ਨਾ ਵੀ ਇਹ ਸੇਬ ਦਾ ਮੁਰੱਬਾ ਹੈ, ਇਹ ਇਸੇ ਤਰ੍ਹਾਂ ਹੀ ਹੈ। ਇਹ ਬਹੁਤ ਖਾਣ 'ਚ ਬਹੁਤ ਟੇਸਟੀ ਹੈ। ਤੇ ਫਿਰ ਡਾਕਟਰ ਸਾਹਿਬ ਜਦੋਂ ਇਹਨੂੰ ਅਸੀਂ ਜ਼ਿੰਦਗੀ 'ਚ ਲੈ ਆਵਾਂਗੇ ਇਸ ਤਰ੍ਹਾਂ ਦੀ ਚੀਜ਼ਾਂ ਨੂੰ, ਤੇ ਦਵਾਈਆਂ ਦੀ, ਜੜੀ ਬੂਟੀਆਂ ਦੀ, ਹੋਰ ਕਿਸੇ ਤਰ੍ਹਾਂ ਦੀ ਜ਼ਰੂਰਤ ਪਏਗੀ? ਸਰ ਦੇਖੋ, ਮੈਂ ਤੁਹਾਨੂੰ ਇੱਕ ਗੱਲ ਇਹ ਵੀ ਕਹਾਂਗਾ ਕਿ ਇਹਨਾਂ ਚੀਜ਼ਾਂ ਦੇ ਜਿਹੜੇ ਤੁਹਾਨੂੰ ਰਿਜ਼ਲਟ ਹੈ ਨਾ ਉਹ ਇਨਸਟੈਂਟਲੀ ਨਹੀਂ ਮਿਲਦੇ ਹੈਗੇ।
ਵੀ ਤੁਸੀਂ ਅੱਜ ਮੁਰੱਬਾ ਖਾਇਆ ਕੱਲ ਹੀ ਤੁਹਾਨੂੰ ਬੈਨੀਫਿਟ ਹੋ ਗਿਆ। ਇਹ ਥੋੜੇ ਜੇ ਤੁਹਾਨੂੰ ਲੌਂਗ ਟਾਈਮ ਤੱਕ ਚੱਲਦੇ ਆ, ਜਿਵੇਂ ਆਪਾਂ ਨੂੰ 6 ਮਹੀਨੇ ਲਾ ਲਓ ਜਾਂ ਸਾਲ ਵੀ ਲਾ ਲਓ। ਲੇਕਿਨ ਦਵਾਈ ਸਾਡੀ ਕੀ ਕਰਦੀ ਹੈ, ਕਿਉਂਕਿ ਉਹਦੇ ਵਿੱਚ ਜਿਹੜੀ ਅਸੀਂ ਜੜੀਆਂ ਬੂਟੀਆਂ ਤੋਂ ਤਿਆਰ ਕੀਤੇ ਹੋਏ ਆ, ਉਹ ਸਾਨੂੰ ਪਹਿਲੇ ਦਿਨ ਤੋਂ ਹੀ, ਜਿਵੇਂ ਅਸੀਂ ਕਹਿ ਦਿੰਦੇ ਆ ਵੀ ਪਹਿਲੇ ਦਿਨ ਤੋਂ ਹੀ ਤੋੜ ਬੰਦ ਹੋ ਜਾਏਗੀ, ਤਾਂ ਉਹ ਅਸਰ ਅਸੀਂ ਪਹਿਲੇ ਦਿਨ ਤੋਂ ਦਵਾਈਆਂ ਰਾਹੀਂ ਹੀ ਲੈ ਸਕਦੇ ਹਾਂ। ਪਰ ਬਟ ਇਹਨਾਂ ਚੀਜ਼ਾਂ ਨੂੰ ਤੁਸੀਂ ਨਾਲ ਜੇ ਚਲਾ ਸਕਦੇ ਹੋ ਤਾਂ ਤੁਹਾਡੇ ਸਰੀਰ ਦੇ ਵਿੱਚ ਜਿਹੜੇ ਕੋਈ ਵਿਕਾਰ ਨੇ ਥੋੜੇ ਬਹੁਤੇ ਉਹ ਬਿਲਕੁਲ ਕਲੀਅਰ ਹੋ ਜਾਣਗੇ। ਜੀ ਜੀ ਜੀ। ਤੇ ਫਿਰ ਵੈਦ ਜੀ, ਅਗਰ ਤੁਹਾਨੂੰ ਮਿਲਣਾ ਹੋਵੇ, ਤੁਹਾਡੇ ਨਾਲ ਰਾਬਤਾ ਕਰਨਾ ਹੋਵੇ, ਰਾਬਤਾ ਕਰਨ ਦਾ ਕੀ ਢੰਗ ਹੈਗਾ? ਸਰ ਉਹਦੇ ਲਈ ਦੇਖੋ, ਇੱਕ ਤਾਂ ਸਾਡਾ ਫੋਨ ਨੰਬਰ ਹੈਗਾ ਕਿ ਜਿਹੜਾ ਤੁਹਾਡੀ ਸਕਰੀਨ ਤੇ ਚੱਲ ਰਿਹਾ ਹੈ, ਸਾਨੂੰ ਤੁਸੀਂ ਫੋਨ ਰਾਹੀਂ ਕਾਲ ਕਰੋ, ਅਸੀਂ ਤੁਹਾਨੂੰ ਤੁਹਾਡੀ ਸਮੱਸਿਆ ਦਾ ਹੱਲ ਦੱਸਾਂਗੇ। ਤੁਸੀਂ ਦਵਾਈ ਮੰਗਾਣੀ ਹੈ ਤਾਂ ਤੁਹਾਨੂੰ ਅਸੀਂ ਉਸ ਤਰੀਕੇ ਨਾਲ ਆਪਣਾ ਸਾਰਾ, ਔਰ ਜੇ ਤੁਸੀਂ ਸਾਨੂੰ ਮਿਲਣਾ ਚਾਹੁੰਦੇ ਹੋ ਪਰਸਨਲੀ ਤਾਂ ਸਾਡਾ ਪਟਿਆਲੇ ਪੁਰਾਣੇ ਬੱਸ ਸਟੈਂਡ ਦੇ ਸਾਹਮਣੇ ਪੁਲ ਦੇ ਨਾਲ ਹੀ ਸਾਡਾ ਕਲੀਨਿਕ ਹੈਗਾ, ਸਵੇਰੇ 10 ਤੋਂ 6 ਵਜੇ ਤੱਕ ਖੁੱਲ੍ਹਾ ਹੁੰਦਾ ਹੈ। ਤੁਸੀਂ ਆ ਕੇ ਸਾਨੂੰ ਫੋਨ ਕਰਕੇ ਟਾਈਮ ਲੈ ਲਓ ਤੇ ਸਾਨੂੰ ਮਿਲ ਵੀ ਸਕਦੇ ਹੋ ਤੁਸੀਂ ਉਰੇ। ਜੀ ਜੀ, ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ। ਬੜਾ ਮੈਨੂੰ ਲੱਗਦਾ ਕਿ ਤਗੜਾ ਨੁਸਖਾ ਹੈਗਾ ਅੱਜ ਉਹਨਾਂ ਲੋਕਾਂ ਨੂੰ ਤੁਸੀਂ ਸਾਂਝਾ ਕੀਤਾ ਹੈ ਜਿਹੜੇ ਕਹਿੰਦੇ ਨੇ ਅਸੀਂ ਨਸ਼ਾ ਤਾਂ ਛੱਡਤਾ ਪਰ ਨਸ਼ਾ ਹੁਣ ਸਾਨੂੰ ਨਹੀਂ ਛੱਡ ਰਿਹਾ। ਬਿਲਕੁਲ ਸਹੀ ਗੱਲ ਹੈ ਜੀ। ਸਾਡੇ ਇਹ ਨੁਸਖੇ ਦੇ ਨਾਲ ਤੁਹਾਨੂੰ ਹੋਰ ਵੀ ਕਈ ਬਿਮਾਰੀਆਂ ਤੋਂ ਰਾਹਤ ਮਿਲੇਗੀ। ਜੀ ਜੀ, ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਾਰੀ ਗੱਲਬਾਤ ਦੇ ਲਈ। ਸੋ ਇਹ ਸਨ ਡਾਕਟਰ ਗੁਪਤਾ ਪਟਿਆਲਵੀ ਵੈਦ, ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਜਿਹੜੇ ਲੋਕ ਨਸ਼ਾ ਛੱਡ ਚੁੱਕੇ ਨੇ ਪਰ ਨਸ਼ਾ ਨਹੀਂ ਉਹਨਾਂ ਨੂੰ ਛੱਡ ਰਿਹਾ, ਇਹ ਉਹਨਾਂ ਵਾਸਤੇ ਇੱਕ ਰਾਮਬਾਣ ਔਸ਼ਧੀ ਹੋਏਗੀ, ਉਹਨਾਂ ਵਾਸਤੇ ਇੱਕ ਰਾਮਬਾਣ ਨੁਸਖਾ ਹੈ ਜਿਹੜਾ ਡਾਕਟਰ ਗੁਪਤਾ ਨੇ ਅੱਜ ਤੁਹਾਡੇ ਨਾਲ ਸਾਂਝਾ ਕੀਤਾ ਹੈ। ਉਮੀਦ ਕਰਦੇ ਹਾਂ ਕਿ ਹੋਰਨਾਂ ਵੀਡੀਓ ਦੀ ਤਰ੍ਹਾਂ ਇਹ ਵੀਡੀਓ ਵੀ ਤੁਹਾਨੂੰ ਕਾਫੀ ਪਸੰਦ ਆਏਗੀ। ਫਿਰ ਵੀ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ, ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਜਿਹੜਾ ਨੰਬਰ ਦਿੱਤਾ ਗਿਆ ਉਸ ਨੰਬਰ ਦੇ ਉੱਤੇ ਤੁਸੀਂ ਰਾਬਤਾ ਕਰਕੇ ਆਪਣੇ ਮਨ ਦਾ ਸਵਾਲ, ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ। ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ।